ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਤੇ ਅੱਜ ਇਹ ਸਮਾਗਮ ਦੇ ਵਿੱਚ ਗੱਲ ਕਰਨ ਲਈ ਮੈਨੂੰ ਸੱਦਿਆ ਗਿਆ, ਜੋ ਅੰਕੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ, ਜਿਸ ਹੱਦ ਤੱਕ ਅਸੀਂ ਪਹੁੰਚੇ ਹਾਂ ਤੇ ਕਿਸ ਤਰੀਕੇ ਦੀ ਮੌਤ ਗਲੇ ਨੂੰ ਲਾਉਣ ਲਈ ਤਿਆਰ ਹਾਂ, ਉਸ ਤੋਂ ਪਹਿਲਾਂ ਰਤਕ ਮਾਣਮਤਾ ਇਤਿਹਾਸ ਜਿਸ ਵਿੱਚ ਝਾਤ ਮੈਂ ਤੁਹਾਡੀ ਮਰਵਾਉਣੀ ਚਾਹੁੰਦੀ ਹਾਂ ਕਿ ਕਿਸ ਮਾਣਮਤੇ ਇਤਿਹਾਸ ਨੂੰ ਮਿੱਟੀ ਵਿੱਚ ਰਲਾ ਕੇ ਅਸੀਂ ਜਾਣਾ ਚਾਹੁੰਦੇ ਹਾਂ, ਕਿਹੋ ਜਿਹੀ ਅਸੀਂ ਚੀਜ਼ ਆਉਣ ਵਾਲੀ ਆਪਣੀ ਪੁਸ਼ਤ ਨੂੰ ਦੇਣਾ ਚਾਹੁੰਦੇ ਹਾਂ ਅਤੇ ਕਿਉਂ, ਆਖਰ ਕਿਉਂ ਗੁਰੂ ਸਾਹਿਬ ਨੂੰ ਉਹਨਾਂ ਸਮਿਆਂ ਵਿੱਚ ਲੋੜ ਪਈ ਸੀ ਧਰਤੀ ਪਾਣੀ ਦੀ ਗੱਲ ਕਰਨ ਦੀ। ਕੁਝ ਨਾ ਕੁਝ ਤਾਂ ਜ਼ਰੂਰ ਅਜਿਹਾ ਵਾਪਰਿਆ ਹੋਏਗਾ ਜਿਹੜਾ ਉਹਨਾਂ ਸਮਿਆਂ ਵਿੱਚ ਵੀ ਗੁਰੂ ਸਾਹਿਬ ਨੂੰ ਇਸ ਪਾਸੇ ਵੱਲ ਲੁਕਾਈ ਦੀ ਤਦ ਧਿਆਨ ਖਿੱਚਣ ਲਈ ਗੱਲ ਕਰਨੀ ਪਈ। ਕਿਸ ਵਿੱਚ ਹਿੰਮਤ ਹੈ, ਕਿਸ ਵਿੱਚ ਹਿੰਮਤ ਹੈ ਜੋ ਭਰੇ ਬਾਜ਼ਾਰ ਵਿੱਚ ਆਪਣਾ ਸੀਸ ਕਟਾ ਆਵੇ। ਕੌਣ ਹੈ ਜਿਗਰੇ ਬਾਲਾ ਜੋ ਆਪਣੇ ਸੋਹਲ ਬਾਲਾਂ ਨੂੰ ਨੀਹਾਂ ਵਿੱਚ ਚਿਣਾ ਆਵੇ। ਕੌਣ ਹੈ ਜੋ ਜ਼ਬਰ ਦੀ ਤਲਵਾਰ ਨੂੰ ਲਹੂ ਆਪਣਾ ਪਿਆ ਆਵੇ। ਕੋਈ ਹੈ ਜੋ ਸਰਬੰਸ ਲੁਟਾ ਕੇ ਯਾਰੜੇ ਦੇ ਸੱਥਰ ਗਾਵੇ। ਕੌਣ ਹੈ ਜੋ ਤੱਤੀਆਂ ਤਵੀਆਂ ਤੇ ਮਿੱਠੇ ਭਾਣੇ ਦੇ ਬੋਲ ਗਾਵੇ। ਕੋਈ ਬਚਿਆ ਦਮ ਵਾਲਾ ਜੋ ਚਰਖੜੀਆਂ ਦੇ ਹੁਲਾਰਿਆਂ ਤੇ ਨਪੀੜਿਆ ਜਾਵੇ। ਇਹ ਸਾਡੀ ਅੱਜ ਦੀ ਸੱਚਾਈ ਹੈ। ਕਦੇ ਕਿਸੇ ਨੇ ਖਿਆਲ ਕੀਤਾ ਹੋਏ ਕਿ ਚਰਖੜੀਆਂ ਤੇ ਨਪੀੜੇ ਜਾਣ ਵਾਲੇ ਕੌਣ ਸਨ ਤੇ ਕਿਸ ਕਾਰਨ ਲਈ ਉਹ ਨਪੀੜੇ ਗਏ ਸਨ? ਕਿ ਸਾਡੇ ਅੱਜ ਲਈ ਸੀ ਜਾਂ ਆਪਣੇ ਟੱਬਰ ਨੂੰ ਅਗਾਂਹ ਤੋਰਨ ਲਈ ਉਹ ਕੀਤਾ ਗਿਆ ਸੀ? ਤੇ ਜੇ ਨਹੀਂ ਉਸ ਆਪਣੇ ਟੱਬਰ ਲਈ ਕੀਤਾ ਗਿਆ ਸੀ ਤਾਂ ਸਾਡੇ ਅੱਜ ਲਈ ਸੀ। ਜਿਸ ਗੁਰੂ ਸਾਹਿਬ ਨੇ ਅਜੀਤ ਤੇ ਜੁਝਾਰ ਵੇਖਣੇ ਚਾਹੇ ਸੀ ਸਾਡੇ ਵਿੱਚੋਂ, ਅਸੀਂ ਉਹੀ ਹਾਂ। ਤੇ ਅਸੀਂ ਕਿੱਥੇ ਤੱਕ ਖਰੇ ਉਤਰੇ ਹਾਂ ਮੈਨੂੰ ਦੱਸਿਓ ਜ਼ਰੂਰ। ਕੋਈ ਬਚਿਆ ਦਮ ਵਾਲਾ ਜੋ ਚਰਖੜੀਆਂ ਦੇ ਹੁਲਾਰਿਆਂ ਨਾਲ ਨਪੀੜਿਆ ਜਾਵੇ। ਸੀ ਤੱਕ ਨਾ ਕਰੇ ਪਰ ਖਿੜੇ ਮੱਥੇ ਆਰਿਆਂ ਨਾਲ ਚਿਰਵਾਇਆ ਜਾਵੇ। ਕਿੱਥੋਂ ਲਿਆਈਏ ਕੋਈ ਇਹੋ ਜਿਹਾ ਵੀਰ? ਕੌਣ ਹੈ ਸਾਡੇ ਵਿੱਚੋਂ ਜੋ ਪੁੱਠੀਆਂ ਖਲਾਂ ਲੋਹਾ ਲਵੇ ਤੇ ਗੁਰੂ ਲਈ ਵਾਰਿਆ ਜਾਵੇ? ਇਹੋ ਜਿਹੀ ਸੋਚ ਵਾਲਾ ਸਾਡੇ ਕੋਲ ਕੋਈ ਹੈ? ਜੇ ਨਹੀਂ ਤਾਂ ਕਿੱਥੋਂ ਲਿਆਈਏ ਮਹਾਂ ਸਿੰਘ ਵਰਗਾ ਵੀਰ ਜੋ ਸਾਡਾ ਲਿਖਿਆ ਬੇਦਾਵਾ ਪਾੜ ਜਾਵੇ। ਕੌਣ ਜੋੜੇਗਾ ਸਾਡੀ ਟੁੱਟੀ ਗੰਢੀ? ਨਾ ਰੱਖੇ ਕੇਸ, ਨਾ ਦਸਤਾਰ, ਨਾ ਬੋਲੀ, ਨਾ ਸੱਭਿਆਚਾਰ। ਕੋਈ ਤਾਂ ਮਾਛੀਵਾੜੇ 'ਚ ਚੁੱਭੇ ਕੰਡੇ ਦੀ ਪੀੜ ਹੰਡਾਵੇ। ਕੋਈ ਤਾਂ ਅੱਜ ਸੰਪੂਰਨ ਸਿੱਖ ਹੋਣ ਦਾ ਦਾਅਵਾ ਕਰ ਵਿਖਾਵੇ। ਜ਼ੁਲਮ ਦੇ ਵਿਰੁੱਧ ਕਦੇ ਤਾਂ ਕਿਸੇ ਪੰਡਾਲ ਵਿੱਚੋਂ ਕੋਈ ਜ਼ੋਰਦਾਰ ਆਵਾਜ਼ ਆਵੇ। ਕੋਈ ਤਾਂ ਮਰਦ ਅਗੰਮੜੇ ਨਾਲ ਕੀਤਾ ਵਾਅਦਾ ਪੂਰ ਨਿਭਾਵੇ। ਕਿਸੇ ਥਾਂ ਤੋਂ ਕਦੇ ਪੰਜਾਬ ਵਿੱਚੋਂ ਕਿਸੇ ਨੂੰ ਇਹ ਦਮਦਾਰ ਆਵਾਜ਼ ਨਿਕਲੀ ਵੇਖੀ ਸੁਣੀ ਜੇ ਨਹੀਂ ਤਾਂ ਕੌਣ ਗੁਨਾਹਗਾਰ ਹੈ ਤੇ ਉਹ ਆਵਾਜ਼ ਕਿਹੜੀ ਸੀ? ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ, ख्वार ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਪਰ ਉਸ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਕੁਝ ਸ਼ਬਦ ਕਹੇ ਸਨ ਤੇ ਉਹ ਸ਼ਬਦ ਅਜਿਹੇ ਸਨ ਜਿਨੇ ਆਉਣ ਵਾਲੀਆਂ ਪੁਸ਼ਤਾਂ, ਆਉਣ ਵਾਲੀਆਂ ਨਸਲਾਂ ਵਿੱਚ ਇੱਕ ਵੱਖ ਤਬਦੀਲੀ ਕੀਤੀ ਸੀ। ਜਿਸ ਤਰ੍ਹਾਂ ਦੇ ਸਾਡੇ ਸਰੀਰਾਂ ਵਿੱਚ ਬਦਲਾਓ ਉਦੋਂ ਆਇਆ ਸੀ, ਅਸੀਂ ਹਾਂ ਕੌਣ ਸੀ ਉਦੋਂ? ਸਾਡੇ ਹੀ ਵੱਡੇ ਵਡੇਰੇ ਸਨ ਜਿਹੜੇ ਸਿਰਫ ਜੁੱਤੀ ਚੱਟ ਸਨ, ਹੁਕਮਰਾਨਾਂ ਦੇ ਅੱਗੇ ਗੋਡੇ ਟੇਕੇ ਹੋਏ ਤੇ ਉਹਨਾਂ ਸਮਿਆਂ ਦੇ ਵਿੱਚ ਕੁਝ ਵੀ ਆਪਣੇ ਹੱਕਾਂ ਲਈ ਲੜਨ ਯੋਗ ਨਹੀਂ ਸੀ। ਜੋ ਕੁਝ ਵੀ ਸੀ ਆਪਣੀ ਕਿਸਮਤ ਦਾ ਰੋਣਾ ਬਹਿ ਕੇ ਅਸੀਂ ਝੂਰਦੇ ਹੁੰਦੇ ਸਾਂ। ਸਾਡੇ ਹੀ ਵੱਡੇ ਵਡੇਰੇ ਸਨ ਜਿਨ੍ਹਾਂ ਨੂੰ ਇਹ ਸਮਝਾ ਦਿੱਤਾ ਗਿਆ ਸੀ ਕਿ ਰਾਜੇ ਦਾ ਪੁੱਤਰ ਰਾਜਾ ਹੋਣਾ ਜੇ ਤੇ ਤੁਸੀਂ ਜਿਸ ਵੀ ਤਰ੍ਹਾਂ ਦਾ ਕਰਮ ਪਿਛਲੇ ਜਨਮ ਵਿੱਚ ਕੀਤਾ ਹੋਏਗਾ ਉਹੀ ਕਰਮ ਤੁਸੀਂ ਇਸ ਜਨਮ ਵਿੱਚ ਵੀ ਭੋਗਣਾ ਤੇ ਜਨਮਾਂ ਜਨਮ ਇਸੇ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨੀ ਹੈ। ਇਸ ਸੋਚ ਨੂੰ ਤਬਦੀਲ ਕੀਤਾ ਗਿਆ ਸੀ ਤੇ ਗੁਰੂ ਸਾਹਿਬ ਨੇ ਜੋ ਰਾਹ ਵਿਖਾਇਆ ਸੀ ਆਪਣੇ ਹੱਕ ਲੈਣ ਦਾ, ਉਹਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਗਈ ਸੀ ਕਿ ਹੱਥੀਂ ਕਿਰਤ ਕਰਨਾ ਚਾਹੀਦਾ ਤੇ ਜੇ ਜ਼ੁਲਮ ਹੋਇਆ ਤਾਂ ਦਮਦਾਰ ਆਵਾਜ਼ ਰੱਖੋ, ਆਪਣੇ ਅੰਦਰਲੀ ਆਵਾਜ਼ ਕੱਢਣ ਦਾ ਦਮ ਰੱਖੋ। ਇਹ ਗਲਤ ਹੈ ਤੇ ਇਸ ਗਲਤ ਨੂੰ ਕਹਿਣ ਦਾ ਮੈਂ ਜਿਗਰਾ ਰੱਖਦਾ। ਉਸ ਜਿਗਰੇ ਨੂੰ ਵਿਖਾਉਣ ਲਈ ਇੱਕ ਨਿਹੱਥੇ ਸੰਤ ਨੇ ਸਾਡੇ ਸਾਹਮਣੇ ਰਾਜੇ ਬਾਬਰ ਨੂੰ ਜਾਬਰ ਤੱਕ ਕਹਿ ਦਿੱਤਾ ਸੀ ਕਿ ਤੁਸੀਂ
अपनी आवाज़ कढ़नी सीखो, अपने हकों लई लड़ना सीखो, बह के किस्मत ते झूरना छड्ड दिओ। पर असीं कित्थे खड़े हाँ, ज़रा नतीजा वेख लो। उस सारी सोच नूं दफन कर दिता, क्योंकि साडी सोच सिर्फ लंगरां तक सीमित हो गई। असीं गुरु दी सोच नूं अपनाया नहीं, ना प्रणाया ना ग्रहण किया। सिर्फ असीं एक राह उन्ना क लभ लिया जिहड़ा सानूं सुखाला जापदा होए। ते उहदे लई जो हाल असीं अज पहुँच चुके हाँ, अपनियां अगे पुश्तां नूं दे के की जाना। कदे ख्याल करियो कि जे उन्हां समयां विच धरती पलीत होण बारे या पवन दे पलीत होण बारे या पानी दे पलीत होण बारे जे गल कीती गई सी, मकसद इक्को सी, आउण वालियां पुश्तां सलामत रहण ते इन्हां विच एक वख वंगार होवे। ये दोबारा जुत्ती चट ना बन जाण, हुक्मरानां दे अगे गोडे टेकण वाले ना बन जाण। इन्हां दे विच अंदरला जज्बा अलग होवे। ते वो जज्बा जिस तरीके दा दिता गया सी, साडे इतिहास विच सब जानते ने। जिस तरीके दा खालसा साजिया गया सी, सब तख्तो ताज झुक के उहदे अगे सलाम करते सन। अजिहा सानू रूप बख्शिया गया सी, जिस सदका भावें विश्व भर दियां जंगां होण या दुनिया के किसी हिस्से विच जिथे किते जुल्म हुंदा होए, खालसा हमेशा चढ़दी कला विच ते हमेशा ही गज के फतेह बुलाउंदा दिसिया सी। यही कारण सी कि इस वेले आस्ट्रेलिया दे विच एक वक्री किस्म की मिसाल कायम हो गई। उत्थे इतिहासकारां ने जिन्ने भी हुण तक दे दिग्गज महावीर होए सी, सबना दा लेखा जोखा किया। उस लेखे जोखे दे विच पता जे की लभ्या गया कि सब तो वध ताकतवर कौन सी, सब तो वध नीतिवान कौन सी, ते कौन सी अजिहा जिस दे उत्थे तुरदियां दुनिया थर थर कंबदी सी, ते फिर भी किसी दा हक नहीं उन्हें मारिया। इन्हां दिग्गजां दे विच दुनिया भर दे, जिन्हां विच नैपोलीअन, हिटलर तक वर्गा हर जना शामिल किया गया। तुसी नहीं सी वोट करन वाले, मैं भी नहीं सी। वोट करन वाले सन विश्व पद्धरी इतिहासकार, जिन्हां ने उस समय जो कुछ वापरिया सी उहदे विचों पिछां तो अगां लैके आउणा सी कि उन्हां समयां विच लैके अज तक दा सब तो वध शेर या उस तो भी वध बब्बर शेर जिसने एक वख मिसाल कायम की होए कौन सी, पता जे कौन सी? हरी सिंह नलूआ पहले नंबर ते आया। वो बब्बर शेर जिन्हें विखा दिता अफगानिस्तान ते अमरीका तक नहीं पहुँच सकिया, राज नहीं कर सकिया, वियतनाम नाल जंग करके भी हारिया। पर जिस किसी ने उस थां ते पहुँच के फतेह दा डंका बजा दिता, उसी साडा बब्बर शेर वीर नलूआ। अज भी जाओगे तो साडा वीर उत्थे नहीं, पर उत्थे दी हवा, उत्थे दी फिजा विच साडा नलूआ वीर जिंदा है। असीं अपने पिंडां विचों नाम भुला दिता, लानत साडे उत्ते। असीं सीमित हो गए हाँ सिर्फ लंगरां तक कि गुरुद्वारे आउणा जे ते असीं एक मंगां दी लिस्ट लैके आउणी जे, जिहदे विच ये नहीं सुनना कि गुरु साहिब ने किया तेरा किया मीठा लग है। असीं नहीं सुनना चाहुंदे, सिर्फ सुनना चाहुंदे हाँ कि साडियां मंगां दियां लिस्टां ने साडा कारोबार ठीक रवे, साडी सेहत ठीक रवे, ते साडे उत्ते कुछ अजिही करामात हो जाए कि साडे घर सब तो उच्चा दिसे, मेरे घर दे अंदर मेरा लाल होवे, मेरा नाम लेवा होवे। इस तो अगां सोच असी मनफी कर दिती है। मेला बना के रख छड्डिया असी गुरु दे दरबार नूं, जिथे सिर्फ ते सिर्फ अपनी ढिड दी भुख मिटाउण आ जाने आ, पर मनां विच जिस तरीके गुरु नाल लगाव होना चाहिए सी, वो मनफी कर दिता। दस्यो कदे दिसे कोई एक अजिहा गुरु घर जिथे साडियां संगतां हुम हुमा के एक मेले की शक्ल विच ना आईयां होण, जिथे लंगरां दे विच ये पुछया जांदा होवे अज की चीज़ बनी है, सिर्फ वो खाण जावांगे। घरां विच भी तैयार असी बाल ये नहीं करके जांदे कि चलो गुरु साहिब तो कुछ सेध लैके आवांगे, तैयार इस करके किते जाते ने वधिया कपड़े पाओ, पहरावा वधिया करो, ते अज वेखो खाण नूं की मिलदा है। सिर्फ इस थां तक सीमित सोच का नतीजा जिस तरीके की निगार दी हद तक असी पहुँचे हाँ, वो याद रखियो असी किसी दे देणदार हाँ। साडे सिरां ते करज़ियां दी पंड जे, एक या दो नहीं। जे पंजाब दा हर पत्ता वेखोगे, पंजाब दी हर इंच देखोगे, उत्थे साडे वड्डे वडेरियां दे शहीदां दे लहू दे नाल सिंजी लाल धरती हो चुकी है।
ਇੱਕ ਪੱਤਾ ਵੀ ਜੇ ਉਗਦਾ ਜੇ ਤਾਂ ਉਸੇ ਲਹੂ ਚੋਂ ਨਿਖਰ ਕੇ ਉਗਦਾ ਜੇ। ਕਿਸ ਨੂੰ ਹੱਕ ਮਿਲਿਆ ਸੀ ਕਿ ਉਹ ਪੱਤੇ ਨੂੰ ਅਸੀਂ ਜ਼ਹਿਰੀਲਾ ਬਣਾ ਦਈਏ, ਕਿ ਜਿਹਦੇ ਵਿੱਚ ਇਹ ਧਰਤੀ ਵਿੱਚ ਸਿੰਜੀ ਜੋ ਲਹੂ ਦੇ ਨਾਲ ਸੀ ਉਹ ਸਾਰੇ ਨੂੰ ਖਤਮ ਕਰਕੇ ਕਿਉਂ ਅਸੀਂ ਆਪਣੇ ਤੱਕ ਸੀਮਤ ਹੋ ਗਏ ਹਾਂ। ਕਿਸ ਤਰ੍ਹਾਂ ਦੀਆਂ ਕਰਾਮਾਤਾਂ ਭਾਲਦੇ ਹਾਂ ਕਿ ਜੇ ਕਰਾਮਾਤਾਂ ਦੇ ਰਾਹੀਂ ਕੁਝ ਹੋਣਾ ਹੁੰਦਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ 6 ਵਰਿਆਂ ਦੇ ਬਾਲ ਨੂੰ ਚਿਣੇ ਜਾਣ ਤੋਂ ਸਾਡੇ ਵੀ ਗੁਰੂ ਸਾਹਿਬ ਰੋਕ ਸਕਦੇ ਸਨ? ਕਿਉਂ ਨਹੀਂ ਰੋਕਿਆ ਗਿਆ? ਇਹ ਵਿਖਾਉਣ ਲਈ ਕਿ ਕਰਾਮਾਤਾਂ ਇਸ ਧਰਮ ਵਿੱਚ ਹੁੰਦੀਆਂ ਨਹੀਂ। ਇਸ ਗੁਰੂ ਦੇ ਦੁਆਰੇ ਜੇ ਆਉਣਾ ਜੇ ਤਾਂ ਸਿਰਫ ਸ਼ੁਕਰਾਨਾ ਕਰਨ ਲਈ ਆ ਸਕਦੇ ਹੋ, ਇਸ ਤੋਂ ਵੱਧ ਜਾਂ ਘੱਟ ਕੁਝ ਵੀ ਨਹੀਂ। ਕਿਉਂ ਮੰਗਾਂ ਦੀਆਂ ਲਿਸਟਾਂ ਲੈ ਕੇ ਅਸੀਂ ਪਹੁੰਚਦੇ ਹਾਂ? ਕਿਉਂ 10 ਰੁਪਏ ਟੇਕ ਕੇ ਸੋਚਦੇ ਹਾਂ ਇਸ ਬਾਬੇ ਨੂੰ ਖਰੀਦ ਲਿਆ? ਕਿਸ ਤਰੀਕੇ ਦਾ ਖਰੀਦ ਲਿਆ? ਕਿਉਂ ਕਹਿੰਦੇ ਹਾਂ ਸਰਬੰਸ ਵਾਰਿਆ ਸੀ ਤੇ ਫਿਰ ਉਹਦੇ ਵਿੱਚ ਵੇਖਣਾ ਕੀ ਚਾਹਿਆ ਸੀ? ਕਿੰਨੇ ਜਣੇ ਆ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਨੇ ਸਿਰਫ ਜ਼ਿੰਦਗੀ ਦਾ ਇੱਕ ਪਲ ਲਾਇਆ ਹੋਵੇ ਕਿ ਅਸੀਂ ਗੁਰੂ ਦੇ ਲੜ ਲੱਗੇ ਅਖਵਾਉਂਦੇ ਵੀ ਹਾਂ ਕਿ ਨਹੀਂ? ਜਦੋਂ ਵਾਰੇ ਸੀ ਨਾ 2 ਪੁੱਤਰ, ਇੰਨਾ ਹੀ ਕਿਹਾ ਸੀ, ਹੰਝੂ ਨਹੀਂ ਸੀ ਨਾ ਡੇਗੇ, ਕਿਹਾ ਕੀ ਸੀ ਕਿ ਮੇਰੇ ਅਜੀਤ ਤੇ ਜੁਝਾਰ ਹਜ਼ਾਰਾਂ ਹੋਰ ਨੇ। ਉਹਨਾਂ ਹਜ਼ਾਰਾਂ ਹੋਰਾਂ ਦੇ ਵਿੱਚੋਂ ਆਪਣਾ ਅਜੀਤ ਤੇ ਜੁਝਾਰ ਵੇਖਣ ਲਈ ਇੱਕ ਹੰਝੂ ਨਹੀਂ ਸੀ ਘੇਰਿਆ। ਕੁਝ ਕਮੀ ਰਹਿ ਗਈ ਕਿ ਕੁਰਬਾਨੀ ਵਿੱਚ ਕਿ ਅਸੀਂ ਬੇਮੁਖ ਹੋ ਗਏ ਹਾਂ ਉਸ ਗੁਰੂ ਤੋਂ। ਕੀ ਕਮੀ ਗਿਣਦੇ ਹਾਂ? ਮਾਂ ਨਹੀਂ ਉਸਨੇ ਰੱਖੀ, ਪਿਓ ਨਹੀਂ ਰੱਖਿਆ, ਦਾਦਾ ਨਹੀਂ ਰੱਖਿਆ, ਪੁੱਤਰ ਨਹੀਂ ਰੱਖੇ, ਆਪਣਾ ਆਪ ਵਾਰ ਦਿੱਤਾ ਕਿ ਮੇਰੇ ਅਜੀਤ ਤੇ ਜੁਝਾਰ ਇਹ ਹਜ਼ਾਰਾਂ ਦੇ ਵਿੱਚ ਮੈਨੂੰ ਦਿਸਦੇ ਰਹਿਣਗੇ, ਯਾਦ ਕਰਨਗੇ ਮੈਨੂੰ। ਤੇ ਉਹ ਅਜੀਤ ਤੇ ਜੁਝਾਰਾਂ ਦੇ ਅਸੀਂ ਵਾਲ ਮੁੰਡ ਦਿੱਤੇ ਨੇ। ਅਸੀਂ ਨਹੀਂ ਚਾਹੁੰਦੇ ਤੇਰੀ ਸ਼ਕਲ ਵੀ ਸਾਡੇ ਵਿੱਚ ਹੋਵੇ, ਕਿਤੇ ਅਜੀਤ ਤੇ ਜੁਝਾਰ ਦਾ ਪਰਛਾਵਾਂ ਵੀ ਦਿਸ ਜਾਏ, ਅਸੀਂ ਨਹੀਂ ਚਾਹੁੰਦੇ। ਸ਼ਰਾਬ ਵਿੱਚ ਅਸੀਂ ਨਸ਼ੇ ਆਪਣੇ ਵਿੱਚ ਗਲਤਾਨ ਹੋ ਕੇ ਉਹੀ ਜੋ ਸਿਰਾਂ ਤੇ ਸਾਡੇ ਸਜਾਈਆਂ ਸੀ ਦਸਤਾਰਾਂ ਅਸੀਂ ਨਾਲੀਆਂ ਵਿੱਚ ਮੂਧੇ ਡਿੱਗ ਕੇ ਅਸੀਂ ਵਿਖਾਉਂਦੇ ਹਾਂ ਕਿ ਇਹੋ ਜਿਹਾ ਅਜੀਤ ਤੇ ਜੁਝਾਰ ਵੇਖਣਾ ਚਾਹਿਆ ਸੀ। ਜਿਸ ਤਰੀਕੇ ਦੇ ਖਾਲਸੇ ਉਸ ਸਮੇਂ ਖੜੇ ਸੀ, ਪਤਾ ਜੇ ਅਮਰੀਕਨ ਕੀ ਲਿਖਦੇ ਨੇ, ਬ੍ਰਿਟੇਨ ਵਾਲੇ ਕੀ ਲਿਖਦੇ ਨੇ, ਕਦੇ ਪੜ੍ਹ ਲਓਗੇ ਨਾ ਤੇ ਅੰਦਰ ਰਗਾਂ ਵਿੱਚ ਲਹੂ ਨਹੀਂ, ਤੁਹਾਨੂੰ ਪਤਾ ਲੱਗੇਗਾ ਕਿਸ ਤਰੀਕੇ ਦੀ ਅੱਗ ਉਬਲਦੀ ਜੇ। ਉਹਨਾਂ ਸਮਿਆਂ ਵਿੱਚ ਜੋ ਬਹਾਦਰੀ ਸਾਡੇ ਵੀਰਾਂ ਨੇ ਵਿਖਾਈ ਸੀ ਉਹਦੇ ਵਿੱਚ ਸਪਸ਼ਟ ਲਿਖਿਆ ਹੈ, ਬ੍ਰਿਟੇਨ ਦੇ ਇੱਕ ਰਾਈਟਰ ਨੇ ਜਿਹੜਾ ਕਹਿੰਦਾ ਜੇ ਕਿ ਇਹਨਾਂ ਦੇ ਯੋਧਿਆਂ ਦੀ ਬਹਾਦਰੀ ਬਾਕਮਾਲ ਸੀ। ਕਿਸ ਤਰੀਕੇ ਦੀ ਬਹਾਦਰੀ ਸੀ? ਲਿਖਦੇ ਨੇ ਕਿ ਪੁੱਠੇ ਹੱਥ ਨਾਲ ਤਲਵਾਰ ਚੁੱਕਦੇ ਸੀ ਤੇ ਘੁੜਸਵਾਰ ਨੂੰ 2 ਹਿੱਸਿਆਂ ਵਿੱਚ ਵੱਢ ਦਿੰਦੇ ਸੀ। ਤੁਸੀਂ ਨਹੀਂ ਲਿਖਿਆ, ਮੈਂ ਵੀ ਨਹੀਂ ਲਿਖਿਆ, ਲਿਖਿਆ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਅੱਖੀਂ ਵੇਖਿਆ ਤੇ ਉਹ ਤੁਹਾਡੇ ਜਾਂ ਮੇਰੇ ਹੱਕ ਵਿੱਚ ਨਹੀਂ ਸੀ। ਜੇ ਉਸ ਸਮੇਂ ਦੇ ਅੰਗਰੇਜ਼ ਜੋ ਰਾਜ ਕਰ ਰਹੇ ਸਨ ਤੁਹਾਡੇ ਜਾਂ ਮੇਰੇ ਹੱਕ ਵਿੱਚ ਨਹੀਂ ਸੀ, ਤੇ ਜੇ ਲਿਖਣਾ ਪਿਆ ਤਾਂ ਸਮਝ ਲਓ ਕਿ ਉਹ 1000ਵਾਂ ਹਿੱਸਾ ਲਿਖਿਆ ਹੋਣਾ, ਤਾਕਤ ਇਸ ਤੋਂ ਵੀ ਕਿਤੇ ਵੱਧ ਹੋਣੀ ਹੈ। ਪਰ ਇੱਥੇ ਵੀ ਬਸ ਨਹੀਂ ਸੀ। ਜੋ ਬਾ ਕਮਾਲ ਚੀਜ਼ ਕਿਤਾਬਾਂ ਵਿੱਚ ਦਰਜ ਜੇ, ਪਤਾ ਜੇ ਕੀ ਲਿਖਿਆ ਮਿਲਦਾ ਜੇ ਕਿ ਇਹ ਯੋਧੇ ਬੇਮਿਸਾਲ ਨੇ। ਇਹਨਾਂ ਦੇ ਕਿੰਨੀ ਵੀ ਸੱਟ ਵੱਜ ਜਾਏ, ਟੋਟੇ ਵੀ ਹੋ ਜਾਣ, ਸੀ ਦੀ ਆਵਾਜ਼ ਨਹੀਂ ਸੁਣਦੀ, ਮੱਥੇ ਤੇ ਸ਼ਿਕਨ ਨਹੀਂ ਦਿਸਦੀ। ਤੇ ਹਾਲ ਇਹ ਹੈ ਜਦੋਂ ਨਿਹੱਥੇ ਹੋ ਜਾਣ, ਹੱਥ ਨਾ ਰਵੇ, ਬਾਂਹ ਵੱਢੀ ਜਾਵੇ ਤਾਂ ਵੀ ਸਾਹਮਣੇ ਖੜੇ ਦੁਨਾਲੀ ਜਿਸ ਨੇ ਫੜੀ ਹੋਵੇ, ਅਗਾਂਹ ਆਉਂਦੇ ਨੇ ਆਪਣੀ ਛਾਤੀ ਵਿੱਚ ਸਿੱਧੀ ਦੁਨਾਲੀ ਦੀ ਸੰਗੀਨ ਗੱਡ ਲੈਂਦੇ ਨੇ ਤੇ ਫਿਰ ਵੀ ਮਰਨ ਤੋਂ ਪਹਿਲਾਂ ਜੈਕਾਰਾ ਛੱਡ ਕੇ ਸਾਹਮਣੇ ਖੜੇ ਦੁਸ਼ਮਣ ਦਾ ਗਲਾ 2 ਹਿੱਸਿਆਂ ਵਿੱਚ ਮਰੋੜ ਕੇ ਜਾਂਦੇ ਨੇ। ਅਜਿਹੇ ਹਾਲ ਵਿੱਚ ਜੇ ਲੱਗਦਾ ਹੋਵੇ ਕਿਤੇ ਉੱਥੇ ਹੀ ਤੱਕ ਕੇ ਸੀਮਤ ਸੀ ਤਾਂ ਭੁਲੇਖਾ ਜੇ। ਮੈਂ ਇੱਕ ਅਜਿਹੀ ਤੁਹਾਡੇ ਨਾਲ ਸਾਂਝੇ ਕਰਨ ਲਈ ਲਿਆਈ ਹਾਂ ਗੱਲ ਜੋ ਸ਼ਾਇਦ ਸਾਡੇ ਇਤਿਹਾਸ ਵਿੱਚੋਂ ਮਨਫੀ ਕਰ ਦਿੱਤੀ ਹੈ, ਤੇ ਚਾਹੁੰਦੀ ਹਾਂ ਜਿੰਨੇ ਵੀ ਜਣੇ ਇੱਥੇ ਹਨ ਜਾਂ ਜਿਹੜੀ ਵੀ ਮਾਂ ਕਿਤੇ ਥੋੜ੍ਹਾ ਜਿਹਾ ਸਮਾਂ ਆਪਣੇ ਮੋਬਾਈਲ ਤੋਂ ਕੱਢ ਕੇ ਜਾਂ ਢਿੱਡ ਅੰਦਰਲੀ ਭੁੱਖ ਸ਼ਾਂਤ ਕਰਨ ਤੋਂ ਪਹਿਲਾਂ ਯਾਦ ਰੱਖ ਲਵੇ ਤਾਂ ਯਕੀਨਨ ਸਾਡੀ ਕੌਮ ਦੇ ਅੰਦਰ ਅੱਗੋਂ ਵੀ ਸ਼ੇਰ ਜੰਮਦੇ ਰਹਿਣਗੇ। ਨਹੀਂ ਤਾਂ ਖਿਮਾ ਕਰਿਓ, ਨਸ਼ਈ ਤੇ ਗੁੰਡੇ ਬਦਮਾਸ਼ ਅਸੀਂ ਪੈਦਾ ਕਰ ਰਹੇ ਹਾਂ। ਜੋ ਗੁਰੂ ਸਾਹਿਬ ਨੇ ਲਿਖਿਆ ਸੀ, ਅਸੰਖ ਚੋਰ ਹਰਾਮਖੋਰ ਇਨ ਬਿਨ ਸਾਡੀ ਇਸ ਵੇਲੇ ਜਿਨਸ ਦੇ ਵਿੱਚ ਅਜਿਹੇ ਸਾਡੇ ਬਾਲ ਪੈਦਾ ਹੋ ਰਹੇ ਨੇ, ਜਿੱਥੇ ਅਸੀਂ ਸਪਸ਼ਟ ਰੂਪ ਵਿੱਚ ਦੱਸ ਰਹੇ ਹਾਂ ਕਿ ਨਾਬਾਲਗ ਬੱਚੀਆਂ ਨੂੰ ਚੂੰਡਣ ਲਈ
ਅੱਜ ਦੇ ਸਾਡੇ ਨੌਜਵਾਨ ਗੱਭਰੂ ਇੱਕ ਵੱਖ ਮਿਸਾਲ ਕਾਇਮ ਕਰ ਰਹੇ ਨੇ। ਨਾਬਾਲਗ 5 ਵਰਿਆਂ ਦੀ ਬਾਲੜੀ ਨੂੰ ਨੋਚਣ ਲਈ ਟੀਮਾਂ ਬਣਾ ਰਹੇ ਨੇ। ਇੰਨੇ ਬੇਗੈਰਤ ਤੇ ਬਦਜ਼ਾਤ ਹੋ ਗਏ ਨੇ ਕਿਉਂਕਿ ਉਹ ਗੁਰੂ ਦੀ ਸੋਚ ਨਾਲ ਟਿਕੇ ਨਹੀਂ ਹੋਏ। ਤੇ ਜਿਸ ਤਰੀਕੇ ਦੀ ਸਾਡੀ ਅਣਖ ਮਾਰੀ ਜਾ ਰਹੀ ਹੈ ਨਾ, ਅਸੀਂ ਸਾਰੇ ਅੱਖਾਂ ਮੀਟ ਕੇ ਬੈਠੇ ਹਾਂ। ਸਾਨੂੰ ਜਗਾਉਣ ਲਈ ਕਿ ਮਾਈ ਭਾਗੋ ਦੁਬਾਰਾ ਜਨਮ ਲਵੇ, ਬੈਂਤ ਚੱਕੇ ਤੇ ਚਮੜੀ ਉਧੇੜ ਦੇਵੇ, ਤਾਂ ਹੀ ਸਮਝ ਆਏਗੀ ਕਿ ਅਸੀਂ ਕਿਤੇ ਗਿਰਾਵਟ ਦੀ ਹੱਦ ਛੂ ਲਈਏ। ਇੱਥੋਂ ਉੱਠੀਏ, ਜਾਗੀਏ, ਕਦੇ ਤਾਂ ਆਪਣੇ ਹੱਕਾਂ ਲਈ ਆਵਾਜ਼ ਚੁੱਕੀਏ। ਇੱਕ ਕਵਿਤਾ ਜਿਹੜੀ ਪੂਰੇ ਹਿੰਦੁਸਤਾਨ ਵਿੱਚ ਸੁਣਾਈ ਜਾਂਦੀ ਜੇ, ਬਾਲਾਂ ਨੂੰ ਵੀ ਪੜ੍ਹਾਈ ਜਾਂਦੀ ਜੇ, ਉਹਦੇ ਵਿਚਲਾ ਇੱਕ ਬਹੁਤ ਜ਼ਰੂਰੀ ਅੰਸ਼ ਮਨਫੀ ਕਰ ਦਿੱਤਾ ਗਿਆ। ਜਿਸ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਮਨਫੀ ਕੀਤਾ ਗਿਆ ਜੇ, ਜ਼ਰਾ ਆਪ ਹੀ ਸੋਚਿਓ। ਤੇ ਮੈਂ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੀ ਕਿਸ ਤਰੀਕੇ ਦੀ ਇਹ ਹਵਾ ਦੇ ਵਿਚਲਾ ਪ੍ਰਦੂਸ਼ਣ ਸਾਨੂੰ ਨਾਸ ਸਾਡੀਆਂ ਪੁਸ਼ਤਾਂ ਨੂੰ ਖਤਮ ਕਰ ਰਿਹਾ ਜੇ, ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ। ਜ਼ਿਕਰ ਕਰਨਾ ਚਾਹੁੰਦੀ ਹਾਂ ਕਰਤਾਰ ਸਿੰਘ ਸਰਾਭੇ ਦੀ। ਉਹਦੇ ਵਾਸਤੇ ਕੁਝ ਗੱਲਾਂ ਜੋ ਫਿਲਮਾਂ ਵਿੱਚ ਵੀ ਵਿਖਾਈਆਂ ਜਾਂਦੀਆਂ ਨੇ, ਸਕੂਲਾਂ ਵਿੱਚ ਵੀ ਦੁਹਰਾਈਆਂ ਜਾਂਦੀਆਂ ਨੇ, 2 ਸਤਰਾਂ ਯਾਦ ਕਰਵਾਈਆਂ ਜਾਂਦੀਆਂ ਨੇ। ਹਿੰਦਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ 'ਚੋਂ ਨਾ ਭੁਲਾ ਦੇਣਾ। ਬਹੁਤਿਆਂ ਨੇ ਸੁਣੀ ਹੋਏਗੀ। ਇਹਦੇ ਅੰਦਰ ਜੋ ਮਨਫੀ ਕੀਤੇ ਜਿੰਨੇ ਸਤਰਾਂ ਨੇ, ਜ਼ਰਾ ਖਿਆਲ ਕਰਿਓ ਕੀ ਨੇ ਤੇ ਉਹਦੇ ਵਿੱਚ ਦਰਸਾਉਂਦਾ ਕੀ ਜੇ। ਤੇ ਉਦੋਂ 24 ਬੰਦੇ ਜੋ ਲਾਹੌਰ ਦੀ ਜੇਲ੍ਹ ਵਿੱਚ ਬੰਦ ਸਨ ਨਾ, ਉਹਨਾਂ ਨੇ ਰਲ ਕੇ ਲਿਖੀ ਸੀ। ਖਿਆਲ ਕਰਿਓ, ਬਹੁਤੇ ਉਹਦੇ ਵਿੱਚ ਸਿੰਘ ਸਨ, ਪਰ ਜਿਹੜੇ ਨਹੀਂ ਵੀ ਸਨ, ਮੁਸਲਮਾਨ ਵੀਰ ਵੀ ਸਨ, ਹਿੰਦੂ ਵੀਰ ਵੀ ਸਨ, ਸਾਰਿਆਂ ਨੇ ਇੱਕ ਸੋਚ ਦੇ ਤਹਿਤ ਰਲ ਕੇ ਲਿਖੀ ਸੀ ਕਵਿਤਾ। ਖਿਆਲ ਕਰਿਓ ਉਹਦੇ ਵਿੱਚ ਲਿਖਿਆ ਕੀ ਸੀ ਤੇ ਕਿਉਂ, ਕਿ ਸਾਜ਼ਿਸ਼ ਅਧੀਨ ਉਹ ਮਨਫੀ ਕੀਤੀ ਗਈ ਏ। ਜੇ ਸਮਝ ਆ ਰਹੀ ਹੋਵੇ ਤਾਂ ਮੇਰਾ ਖਿਆਲ ਹੈ ਅੱਜ ਜਾਗਣ ਦੀ ਲੋੜ ਏ। ਤੇ ਜੇ ਨਹੀਂ ਜਾਗਣਾ ਚਾਹੁੰਦੇ ਤਾਂ ਇਹ ਜ਼ਿੰਦਗੀ ਨਹੀਂ ਕੀੜੇ ਮਕੌੜਿਆਂ ਦੀ ਤੁਸੀਂ ਇਹ ਉਹ ਤੋਰ ਤੁਰ ਰਹੇ ਹੋ, ਜਿਹੜਾ ਇੱਕ ਜੰਮਿਆ ਤੇ ਮਰ ਗਿਆ, ਇੱਕ ਸਮਾਂ ਹੀ ਬਤੀਤ ਕੀਤਾ, ਆਪਣੇ ਜ਼ਿੰਦਾ ਹੋਣ ਦਾ ਸਬੂਤ ਨਹੀਂ ਦੇ ਕੇ ਗਏ। ਜਿਹੜੇ ਬੰਦ ਉਸ ਕਵਿਤਾ ਤੋਂ ਮਨਫੀ ਕੀਤੇ ਗਏ, ਕਿਸ ਥਾਂ ਤੋਂ ਪ੍ਰਭਾਵਿਤ ਸਨ ਤੇ ਕਿਉਂ ਜਾਨਾਂ ਵਾਰ ਗਏ ਸਾਰੇ ਦੇ ਸਾਰੇ। ਜਿੱਥੇ ਧਰਮ ਵੀ ਇਹੋ ਜਿਹੀ ਲਕੀਰ ਨਹੀਂ ਵੱਢ ਸਕਿਆ, ਸਭਨਾਂ ਨੂੰ ਇਕੱਠੇ ਕਰ ਗਿਆ। ਲਿਖਿਆ ਉਹਨਾਂ ਨੇ ਇਹ ਸੀ, ਸਦਾ ਜੀਵਨਾ ਨਹੀਂ ਜਹਾਨ ਅੰਦਰ, ਸਦਾ ਜੀਵਨਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਰਾਹੀਂ, ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ। ਜ਼ਾਰ ਸ਼ਾਹੀ ਹੁੰਦਾ ਜੇ ਹਕੂਮਤ। ਸਦਾ ਕੂੜਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜਾਬਰਾ ਹੱਥ ਤਲਵਾਰ ਨਹੀਂ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ। ਇਹ ਲਾਈਨ ਮਨਫੀ ਕੀਤੀ ਗਈ ਜੇ, ਕਿਤੇ ਵੀ ਰੱਖੀ ਨਹੀਂ ਗਈ। ਤੇ ਉਸ ਸਮੇਂ ਦੀ ਕਿਤਾਬ ਜਿਹਦੇ ਵਿੱਚ ਇਹ ਦਰਜ ਸੀ, ਉਹ ਰਸਾਲਾ ਵੀ ਗਾਇਬ ਕਰ ਦਿੱਤਾ ਗਿਆ ਜੇ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲੁਹਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਵਿਖਾ ਦਿਆਂਗੇ। ਇਹ ਸ਼ਬਦ ਉਹਨਾਂ ਦੇ ਵਰਤਨ ਦਾ ਮਕਸਦ ਸ਼ਾਇਦ ਤੁਹਾਨੂੰ ਨਾ ਸਮਝ ਆਇਆ ਹੋਵੇ, ਪਰ ਜਿਸ ਥਾਂ ਤੇ ਇਹ ਸਤਰਾਂ ਖਤਮ ਹੋਣੀਆਂ ਨੇ ਨਾ, ਉਹ ਸਮਝ ਆ ਜਾਏਗੀ ਕਿ ਕੀ ਅਸਲ ਉਸ ਸਮੇਂ ਭਾਣਾ ਵਰਤਿਆ ਸੀ ਤੇ ਕਿਉਂ ਉਹ ਸਾਰੇ ਜਾਨਾਂ ਕੁਰਬਾਨ ਕਰ ਗਏ ਸਾਂ। ਕੀ ਧੁਰਾ ਸੀ ਜਿਹੜਾ ਅੱਜ ਸਾਨੂੰ ਜਾਣ ਬੁੱਝ ਕੇ ਉਸ ਤੋਂ ਪਰਾਂ ਕੀਤਾ ਗਿਆ ਹੈ। ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਤੁਫੰਗ ਜੇ ਬੰਦੂਕ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ। ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਇਹ ਕਿਉਂ ਮਨਫੀ ਕੀਤਾ ਗਿਆ ਤੇ ਕਿਉਂ ਗਾਇਬ ਕਰ ਦਿੱਤਾ ਗਿਆ ਤੇ ਕਿਉਂ ਦੁਹਰਾਇਆ ਨਹੀਂ ਜਾਂਦਾ? ਕਿਉਂਕਿ ਚਾਹਿਆ ਇਹ ਗਿਆ ਸੀ
कि इस कौम की अणख खत्म कर दी जाए, ये कौम आपे खत्म हो जाएगी। अजे इत्थे भी बस नहीं की, जो दूजा मारू साडे इस वेले टक वजया है कौम दे विच, वो ये कि साडियां औरतां नूं सिर्फ एक चीज़, एक कानज ते रखी तस्वीर बना के रख दिता। असीं आप ही समझ लिया कि इन्हां नूं अंदर ताड़ दिओ, रसोईयां दे अंदर बंद कर दिओ। वो वीरांगना जिन्हां ने उन्हां समयां विच भी घुड़सवारी भी कीती सी, तलवारबाजी भी सिੱਖੀ सी, नेज़े भी चलाउणे सिੱਖੇ सी, ते उन्हां समयां विच मुगलों वालों चुकियां गईयां धीआं नूं वापस लियाउण लई टोलियां भी बनाईयां सी ते वापस लैके भी आईयां सी। ये शेरनियां बघेल सिंह वर्गियां या शेरनियां शाम कौर वर्गियां इसे कौम विच होईयां ने। इस कौम विच उन्हां वीरांगना दा जिक्र क्यों ख़त्म किया गया, क्यों वापस अंदर ताड़ दित्तियां गईयां रसोईयां दे अंदर? कारण सी इस कौम विच हुण शेर ना जम्मण, इस कौम विच सिर्फ बघियाड़ जम्मण या मेमणे रह जाण, जिहड़े मिमियाउंदे होए फिर दोबारा हुक्मरानां दे अगे जुत्ती चट बन जाण, किते अपने हक्कां लई आवाज़ ना चुक लैण। नतीजा इहो होना सी कि साडे पिंडां दे विच जो छातियां ते वार खाण वाले नौजवान सन, वो अज अपने ही हत्थां नाल अपने गलियां दुआले रस्सियां बन के अज खुदकुशियां कर रहे ने। किस तरीके असीं माँ गुजरी नूं जवाब दें? किसे दा जिगरा क्यों नहीं रात नूं हौल खांदा कि असीं आखिर किस थां ते पुज चुके हैं? किस आस दे नाल माँ गुजरी ने जानवारी होनी है, सरबंस वारिया सब कुछ त्याग के, ते मेरे पुत्तर ने अगों इहो जे पुत्तर कह दिते ने जिन्हां नूं उन्हां दे सिरां ते करज़ियां दी पंड सी, पंजाब सांभ लैना, इस पंजाब दे विच इस कौम नूं अगां तोर देना। कुछ रखिया भी है कौम नूं अगां तोरन लई? जाओ ते कदे वेखियो अमृतसर दे लागे तुहानूं थां दिसेगी एक मकबूलपुरा, जिहड़ी स्पष्ट तस्वीर विखाओगी आने वाले पंजाब दी, जिथे तुहानूं चिट्टियां चुन्नियां दी परमार दिसेगी। पता जे हाल की है, नशियां दे खातर गलतान उत्थे कोई भी नौजवान जिउंदा नहीं दिसदा। हर घर विच 70 विषय ने, सिर्फ चिट्टियां चुन्नियां दी परमार, ते उन्हां थावां ते वो स्पष्ट दिखा रही ने कि साडे पंजाब दी जो इस वेले एड्स दे नाल ख़त्म होने दे वाले पासे मूँह तोड़ रहा है, उहदे राह अगों किस तरीके दे आउणे ने, कि असीं इस पंजाब विच 70 विछाउणे चाह रहे हैं। कुछ वो नौजवान जो नालियां विच मुद्दे डिगे ने, खड़े होण जोगे नहीं, कुछ वो जिहड़ियां धीआं इस वेले असीं घरां दे अंदर ਚੱਬ रहे हैं, कुछ उन्हां नूं छड्डण जोगे नहीं, ते फिर बाकी बचिया खुचिया ये हाल जे कि साडे घरां विच मुंडे दी लालसा दी खातर हीजड़े जमाउण लग गए हैं। है ना कमाल? पूरे विश्व विच अजिही मिसाल नहीं, असीं ते कमाल ही कर छड्डिया। जिथे ऑल इंडिया इंस्टीट्यूट, गुरु नानक देव यूनिवर्सिटी ते PGI दे अंकड़े दसन कि ये लोग अपने ही घरां विच सिर्फ पुत्तर मोह दे सदका इस तरीके दे टेस्टोस्टेरॉन या गोलियां खाण लग गए ने, खवाउंदे ने अपनियां मावां नूं ताकि कुखों पुत्तर जम पवे, ते जम्मण लग चुके ने हीजड़े। जिस तरीके दे असीं नसां विच टीके ला के अपने नौजवान गभरू ना मर्द कर छड्डे ने, जवाब दे असीं अपने प्यो दे कोल, गुरु पिता दे कोल खड़े हाँ। जवाब है किसे कोल? कोई अज दम वाला इस पंडाल विचों खड़ा होके कह सकदा कि असीं अजीत ते जुझार बना रहे हैं? आखिर कर की चाह रहे हैं, करना की चाहते हाँ? असीं पैदा कर रहे हैं हीजड़े, बना रहे हैं नामर्द, ते अजिही हालत विच जिथे साडे फौज विच भर्ती होने वाले पहली दौड़ भी पास ना कर सकते होण पंजाबी, असीं किहड़े राह तुर पए हैं? कोई जागना चाहुंदा ही नहीं। साडी सोच सीमित हो गई जे, मुफ्त बिजली मुफ्त पानी ते असीं झट हस खेड के उसनूं वोट पा दिंदे हां। क्यों नहीं भुल असीं याद रखदे, क्यों भुल्ले हां कि उन्हां समयां विच गुरु साहिब ने 2 ही चीज़ां तो वरजिया सी। पहली चीज़ ये सी कि तुसीं अपनी बह के किस्मत ते झूरना छड्ड दिओ, ये सोच मनां विचों कढ दिओ कि राजे दा पुत्तर राजा हुंदा जे नहीं हुंदा, कोई पिछले जन्म दे कर्म नहीं जे हुंदे, तुसीं आप अपनी किस्मत लिखनी हुंदी जे। क्यों असीं अपनी किस्मत लिखनी छड्ड दित्ती? आप हत्थीं काम कीता सी खेतां विच ये विखाउण लई कि चढ़दी कला
ਦਾ ਰਾਜ਼ ਇਹੋ ਏ ਆਪਣੇ ਹੱਥੀਂ ਕਿਰਤ ਕਰ ਲਈਏ। ਸਾਰਾ ਕੁਝ ਤਿਆਗ ਕੇ ਕਿਉਂ ਅਸੀਂ ਵਾਪਸ ਉੱਥੇ ਉਹਨਾਂ ਹੀ ਹੁਕਮਰਾਨਾਂ ਅੱਗੇ ਗੋਡੇ ਟੇਕਣੇ ਸ਼ੁਰੂ ਕਰ ਦਿੱਤੇ ਨੇ। ਅਤੇ ਪਤਾ ਜੇ ਇਸ ਵੇਲੇ ਕਮਾਲ ਵੇਖੋ, ਇੱਕ ਨਹੀਂ ਦੋ ਨਹੀਂ, ਮੈਂ ਬੱਚਿਆਂ ਦੀ ਡਾਕਟਰ ਹਾਂ। ਬੜੇ ਖੁਸ਼ੀ ਦੇ ਨਾਲ ਕਈ ਪਿੰਡਾਂ ਵਿੱਚੋਂ ਮੇਰੇ ਕੋਲ ਆਉਂਦੇ ਨੇ ਵੀਰ ਅਤੇ ਕਹਿੰਦੇ ਨੇ ਕਣਕ ਦੇਣ ਆਏ ਆ ਤੁਹਾਨੂੰ ਜਿਸ 'ਤੇ ਸਪਰੇਅ ਨਹੀਂ। ਇਹ ਸਪਰੇਅ ਤੋਂ ਬਗੈਰ ਵਾਲੀ ਕਣਕ ਤੁਹਾਨੂੰ ਦਿੰਦੇ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸ ਤਰੀਕੇ ਅਸੀਂ ਆਪਣੇ ਆਪ ਆਪਣੇ ਟੱਬਰ ਨੂੰ ਜ਼ਹਿਰੀਲਾ ਸਾਰਾ ਕੁਝ ਖਵਾ ਰਹੇ ਹਾਂ। ਇਹ ਇੱਕ ਹਿੱਸੇ ਵਿੱਚ ਸਪਰੇਅ ਨਾ ਹੋਣ ਨਾਲ ਕੁਝ ਵੀ ਨਹੀਂ ਹੋਣਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੰਨੀ ਅਸੀਂ ਸਪਰੇਅ ਲੋੜੀਂਦੀ ਜੇ 7 ਗੁਣਾ, ਅਸੀਂ ਕਰ ਰਹੇ ਹਾਂ 68 ਗੁਣਾ। ਅਤੇ ਸਾਰੀ ਦੀ ਸਾਰੀ ਉਹ ਸਪਰੇਅ ਵਿਚਲਾ ਜ਼ਹਿਰ ਜ਼ਮੀਨ ਦੇ ਥੱਲੇ ਜਾਂਦਾ ਪਿਆ ਜੇ। ਜ਼ਮੀਨ ਦੇ ਹੇਠੋਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਹਾਂ, ਸਿਰਫ 3 ਦਿਨ ਪੁਰਾਣੇ ਅੰਕੜੇ ਆਏ ਜੇ ਕਿ ਪੰਜਾਬ ਵਿਚਲਾ 60% ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ। ਇਹ ਸਿਰਫ ਗੁਰਦੇ ਉਡਾਏਗਾ, ਕੈਂਸਰ ਕਰੇਗਾ, ਵਾਲ ਝਾੜੇਗਾ। ਵਕਤ ਤੋਂ ਪਹਿਲਾਂ 20-20 ਸਾਲ ਪਹਿਲਾਂ ਇਹਨਾਂ ਪੰਜਾਬੀਆਂ ਦੀ ਮੌਤ ਦਾ ਕਾਰਨ ਬਣੇਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਬੈਠੀ ਨੂੰ ਚਿੰਤਾ ਹੈ ਕਿ ਇਸ ਕੌਮ ਦੀ ਐਕਸਪਾਇਰੀ ਡੇਟ ਆ ਗਈ ਹੈ, ਪਰ ਸਾਨੂੰ ਚਿੰਤਾ ਨਹੀਂ। ਅਸੀਂ ਸੀਮਤ ਹਾਂ ਆਪਣੇ ਤੱਕ ਕਿ ਮੈਂ ਇੰਨੇ ਹਿੱਸੇ ਵਿੱਚ ਸਪਰੇਅ ਨਹੀਂ ਕੀਤੀ ਤਾਂ ਮੈਂ ਜ਼ਹਿਰ ਤੋਂ ਬਚ ਜਾਵਾਂਗਾ। ਅਫਸੋਸ ਕਿ ਸਾਡੀ ਹਵਾ ਵੀ ਇਸ ਵੇਲੇ ਸਾਹ ਲੈਣ ਜੋਗੀ ਨਹੀਂ। ਅਤੇ ਜਿਹੜੇ ਸਪਰੇਅ ਕਰ ਰਹੇ ਨੇ ਉਹਨਾਂ ਨੂੰ ਖਿਆਲ ਵੀ ਨਹੀਂ ਹੋਣਾ ਕਿ ਆਪਣੇ ਘਰ ਤੋਂ 5 ਮੀਟਰ ਤੱਕ ਦੀ ਸਾਰੀ ਹਵਾ ਜ਼ਮੀਨ ਅਤੇ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਕਰ ਚੁੱਕੇ ਨੇ। ਇਹ ਆਪਣੇ ਜੋਗੀ ਬੀਜੀ ਕਣਕ ਵੀ ਨਿਰੀ ਅਤੇ ਨਿਰੀ ਜ਼ਹਿਰ ਦੇ ਵਿੱਚ। ਕਿਉਂ ਅਸੀਂ ਆਪਣੇ ਆਪ ਨੂੰ ਮਾਰਨ ਨੂੰ ਤੁਲੇ ਹਾਂ? ਕਦੇ ਕੋਈ ਤਾਂ ਜਾਗ ਕੇ ਜਵਾਬ ਦੇਵੇਗਾ ਕਿ ਅਸੀਂ ਆਪਣੇ ਆਪ ਨੂੰ ਸਹੀ ਰਸਤੇ ਤੋਰਨਾ। ਜ਼ਰਾ ਅੰਕੜੇ ਜਿਹੜੇ ਮੈਂ ਸਿਰਫ ਤੁਹਾਨੂੰ ਪੜ੍ਹਾਉਣ ਲਈ ਲਿਆਈ ਸਾਂ, ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਸਾਡੇ ਇਸ ਵੇਲੇ ਦਾ ਖਰਚਾ ਜੋ ਸਿਰਫ ਅਤੇ ਸਿਰਫ ਹਵਾ ਦੇ ਵਿਚਲੇ ਪ੍ਰਦੂਸ਼ਣ ਸਦਕਾ ਹੋਇਆ ਜੇ। ਅੰਦਾਜ਼ਾ ਲਾ ਲਿਓ ਕਿੰਨਾ ਪੈਸਾ ਹਰ ਘਰ ਦਾ ਜ਼ਾਇਆ ਜਾ ਰਿਹਾ ਹੈ ਕਿ ਇਸ ਵੇਲੇ ਭਾਰਤ ਵਿੱਚ ਸਿਰਫ ਰੋਗੀਆਂ ਦਾ ਖਰਚਾ 3500 ਕਰੋੜ ਰੁਪਇਆ ਹੋਇਆ ਜੇ ਪਿਛਲੇ ਵਰੇ। 3500 ਕਰੋੜ ਤੁਹਾਡੇ ਜਾਂ ਸਾਡੇ ਵਿੱਚੋਂ ਕਿਸੇ ਰਿਸ਼ਤੇਦਾਰ ਨੂੰ ਕਿਸੇ ਨਾ ਕਿਸੇ ਬਿਮਾਰੀ ਦੇ ਇਲਾਜ ਵਜੋਂ ਅਸੀਂ ਹੀ ਵਰਤ ਰਹੇ ਹਾਂ। ਇਹ ਖਰਚਾ ਸਿਰਫ ਪਿਛਲੇ ਵਰੇ ਦਾ ਜੇ। ਅਤੇ ਇਸ ਵੇਲੇ ਜੋ ਅਗਲੇ 5 ਸਾਲਾਂ ਦਾ ਖਰਚਾ ਦੱਸ ਚੁੱਕੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਕਿ ਜੇ ਨਾ ਤੁਸੀਂ ਹਟੇ ਇੰਨਾ ਹੀ ਸਪਰੇਅ ਕਰਨਾ, ਨਾ ਇਹ ਜ਼ਹਿਰ ਪੀਣੋਂ ਹਟੇ, ਨਾ ਇਹ ਜ਼ਹਿਰ ਆਪਣੇ ਫੇਫੜਿਆਂ ਅੰਦਰ ਭਰਨੋਂ ਹਟੇ, ਤਾਂ ਅਗਲੇ 5 ਸਾਲਾਂ ਬਾਅਦ 15,200 ਕਰੋੜ ਦਾ ਖਰਚਾ ਸਿਰਫ ਅਤੇ ਸਿਰਫ ਮਰ ਜਾਣ ਤੋਂ ਪਹਿਲਾਂ ਆਪਣੇ ਇਲਾਜ ਉੱਤੇ ਖਰਚਿਆ ਜਾਵੇਗਾ। ਕਿਉਂ ਅਸੀਂ ਆਪਣੇ ਆਪ ਆਪਣੀ ਕੌਮ ਨੂੰ ਖ਼ਤਮ ਕਰਨ ਵੱਲ ਤੁਰੇ ਹਾਂ? ਅਜਿਹਾ ਵਿਖਦਾ ਜੇ ਕਿਤੇ ਸਰਬੰਸ ਜਿਸ ਨੇ ਵਾਰਿਆ ਸੀ, ਇਹ ਨਹੀਂ ਸੀ ਕਿਹਾ ਕਿ ਇੱਥੇ ਤੱਕ ਮੇਰੀ ਕੌਮ ਖ਼ਤਮ ਹੋ ਜਾਏ। ਖਾਲਸਾ ਸਾਜਣ ਦਾ ਇੱਕ ਮਕਸਦ ਸੀ। ਉਹ ਮਕਸਦ ਇਹ ਸੀ ਕਿ ਹਜ਼ਾਰਾਂ ਸਾਲ ਤੱਕ ਵੀ ਜਿੱਥੇ ਕਿਤੇ ਇਸ ਕੌਮ ਦਾ ਕੋਈ ਬਾਸ਼ਿੰਦਾ ਖੜਾ ਹੋਏਗਾ ਨਾ, ਉਹ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੋਏਗਾ। ਉਹਦੀ ਦੇਗ ਤੇ ਤੇਗ ਦੀ ਫਤਿਹ ਦੇ ਜੈਕਾਰੇ ਬੁਲਾਏ ਜਾਣਗੇ। ਪਰ ਅਸੀਂ ਅਫਸੋਸ ਉੱਥੇ ਕੁਝ ਵੀ ਆਪਣੇ ਦਿਮਾਗ ਵਿੱਚ ਰੱਖਦੇ ਨਹੀਂ। ਅਸੀਂ ਸੀਮਤ ਫਿਰ ਆਪਣੇ ਤੱਕ ਹਾਂ। ਮੇਰੀ ਕਣਕ ਸਾਬਤ ਹੈ, ਮੇਰਾ ਟੱਬਰ ਸਲਾਮਤ ਹੈ, ਮੇਰਾ ਘਰ ਸਲਾਮਤ ਹੈ। ਇਸ ਤੋਂ ਅਗਾਂਹ ਅਸੀਂ ਤੁਰਦੇ ਹੀ ਨਹੀਂ ਪਏ। ਕਦੋਂ ਸਮਝਾਂਗੇ ਕਿ ਇਹ ਅੱਡੀਆਂ ਰਗੜ ਕੇ ਮਰਨ ਲਈ ਇਹ ਕੌਮ ਤਿਆਰ ਨਹੀਂ ਸੀ ਹੋਈ? ਸਾਨੂੰ ਤੇ ਦੱਸਿਆ ਗਿਆ ਸੀ ਜਦੋਂ ਆਖਰੀ ਸਮਾਂ ਵੀ ਆ ਜਾਏਗਾ ਨਾ, ਅੱਤ ਹੀ ਰਣ ਮੇ ਮੈਂ ਜੂਝ ਮਰੋਂ, ਤਾਂ ਲੱਤਾਂ ਲੰਗੜਾ ਕੇ ਨਹੀਂ ਤੁਰਨਾ, ਨਾ ਮੰਜਿਆਂ 'ਤੇ ਬਹਿ ਕੇ ਅੱਡੀਆਂ ਰਗੜਨੀਆਂ। ਅਸੀਂ ਜੰਗ ਵਿੱਚ ਜੂਝ ਕੇ ਮਰਨਾ ਜੇ। ਇਹ ਕੌਮ ਵੱਖਰੀ ਸੀ, ਉਹ ਲਤਾੜੇ ਹੋਇਆਂ ਵਿੱਚੋਂ ਖੜੀ ਹੋਈ ਸੀ ਅਤੇ ਖੜੀ ਕੀਤੀ ਸੀ। ਅਜਿਹੀ ਜਾਂਬਾਜ਼ ਕੌਮ, ਸਿਰਲੱਥ ਕੌਮ, ਜਿਹਨੇ ਕਦੇ ਵੀ ਖ਼ਤਮ ਨਹੀਂ ਸੀ ਹੋਣਾ। ਆਪਣੇ ਆਪ ਹੀ ਆਪਣੀਆਂ ਜੜ੍ਹਾਂ ਵੱਢ ਦੇਵਾਂਗੇ ਤਾਂ ਕੌਣ ਬਚਾਉਣ ਆਏਗਾ? ਮੇਰਾ ਆਉਣ ਦਾ ਤੁਹਾਡੇ ਵਿੱਚ ਕੁਝ ਮਕਸਦ ਸੀ। ਮੈਂ ਹਾਂ ਇੱਕ ਬੱਚਿਆਂ ਦੀ ਡਾਕਟਰ। ਸੱਚ ਜਾਣਿਓ, ਜੇ ਬਹਿ ਕੇ ਮੈਂ ਆਰਾਮ ਨਾਲ ਕਿਤੇ ਕਮਾਈ ਕਰ ਲਵਾਂ ਨਾ ਏਸੀ ਕਮਰੇ ਵਿੱਚ, ਮੈਨੂੰ ਕੋਈ ਥੋੜ ਨਹੀਂ ਆਉਣੀ। ਕੋਈ ਪੀੜ ਸੀ ਜਿਹੜੀ ਲੈ ਕੇ ਮੈਂ ਤੁਹਾਡੇ ਵਿੱਚ ਆਪੜੀ ਹਾਂ, ਕਿਉਂਕਿ ਮੈਂ ਇੱਕ ਅਜਿਹੀ ਮਾਂ ਦੇ ਸਾਹਮਣੇ ਖੜੀ ਸੀ
ਜਿਸ ਦੀ ਕਈ ਗੱਲ ਮੇਰੇ ਸੀਨੇ ਦੇ ਆਰ ਪਾਰ ਹੋ ਗਈ ਸੀ। ਜੇ ਤੁਹਾਡੇ ਵਿੱਚੋਂ ਕਿਸੇ ਦੀ ਅਣਖ ਬਾਕੀ ਬਚੀ ਹੋਏ ਨਾ ਤਾਂ ਤੁਸੀਂ ਵੀ ਜਵਾਬ ਦਿਓ ਉਸ ਮਾਂ ਦੇ ਲਈ। ਉਸ ਮਾਂ ਨੇ ਪਤਾ ਜੇ ਮੇਰੇ ਕੋਲ ਆ ਕੇ ਕੀ ਕਿਹਾ ਸੀ? ਨਾ ਕਿਹਾ ਕਰ ਪੰਜਾਬ ਵਿੱਚ ਕੋਈ ਧੀ ਹੁਣ ਜੰਮਣੀ ਨਹੀਂ ਚਾਹੀਦੀ। ਬੜੀ ਵੱਡੀ ਗੱਲ ਸੀ, ਬੜੀ ਡੂੰਘੀ ਗੱਲ ਸੀ। ਆਖਰ ਕਿਉਂ ਕਹਿਣਾ ਪਿਆ? ਜਦੋਂ ਉਹਨੂੰ ਪੁੱਛਿਆ ਹੋਇਆ ਕੀ ਹੈ, ਪਤਾ ਹੈ ਉਸਨੇ ਕੀ ਕਿਹਾ? ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੈ। 4 ਮਹੀਨੇ ਹੋ ਗਏ ਅਤੇ ਉਹਨਾਂ 4 ਮਹੀਨਿਆਂ ਵਿੱਚ ਨਾ ਸਰਕਾਰੀ ਮਦਦ ਆਈ, ਨਾ ਪਿੰਡ ਵਿੱਚੋਂ ਕੋਈ ਮਦਦ ਲਈ ਉੱਠਿਆ। ਅਤੇ ਮੈਨੂੰ ਸਾਹੂਕਾਰ ਨੇ ਹਰ ਰੋਜ਼ 50 ਰੁਪਏ ਲਈ ਆਪਣੇ ਕੋਲ ਰਾਤ ਬੁਲਾਇਆ ਸੀ। 4 ਮਹੀਨੇ ਲਾਹਨਤ ਸਾਡੇ ਪੰਜਾਬੀਆਂ 'ਤੇ, ਜਿਹੜੇ ਸੜਕਾਂ 'ਤੇ ਲੰਗਰ ਲਾ ਕੇ ਰੱਜਿਆਂ ਨੂੰ ਰਜਾ ਸਕਦੇ ਨੇ, ਇੱਕ ਅਜਿਹੀ ਮਾਂ ਨੂੰ ਰਜਾ ਨਹੀਂ ਸਕਦੇ। ਅਤੇ ਪਤਾ ਜੇ 4 ਮਹੀਨੇ ਬਾਅਦ ਉਹ ਆਈ ਕਿਉਂ ਸੀ? ਮੈਨੂੰ ਪੁੱਛਣਾ ਪਿਆ 4 ਮਹੀਨੇ ਉਹ ਨਰਕ ਭੋਗਿਆ, ਅੱਜ ਕੀ ਲੋੜ ਪਈ ਸੀ? ਜੋ ਉਸ ਦਾ ਜਵਾਬ ਸੀ, ਮੇਰਾ ਖਿਆਲ ਇਸ ਤੋਂ ਵੱਧ ਚਪੇੜ ਪੰਜਾਬੀਆਂ ਦੇ ਮੂੰਹ 'ਤੇ ਵੱਜ ਨਹੀਂ ਸਕਦੀ। ਉਸ ਕਿਹਾ ਕਿ ਹੁਣ ਉਸ ਸਾਹੂਕਾਰ ਨੇ ਮੇਰੀ 12 ਵਰ੍ਹਿਆਂ ਦੀ ਧੀ ਨੂੰ ਬੁਲਾਇਆ ਹੈ। ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਪੰਜਾਬੀ ਬੇਗੈਰਤ ਨਾ ਕਵਾਂ ਤਾਂ ਕੀ ਕਵਾਂ ਕਿ ਅਸੀਂ ਇਸ ਹਾਲ 'ਤੇ ਪਹੁੰਚ ਗਏ ਹਾਂ ਜਿੱਥੇ ਸਾਡੀ 12 ਵਰ੍ਹਿਆਂ ਦੀ ਨਾਬਾਲਗ ਧੀ ਨੂੰ ਸਾਹੂਕਾਰ 50 ਰੁਪਏ ਲਈ ਚੱਬ ਕੇ ਛੱਡਣ ਨੂੰ ਤਿਆਰ ਹੈ ਅਤੇ ਸਾਡਾ ਜਿਗਰਾ ਕੰਬਦਾ ਨਹੀਂ। ਪਰ ਤੁਸੀਂ ਉੱਥੇ ਵੀ ਜਵਾਬ ਦਿਓ। ਮੈਂ ਯੂਨਾਈਟਿਡ ਨੇਸ਼ਨਸ ਵਿੱਚ ਸਾਂ, ਜਿੱਥੇ ਬੁਲਾਇਆ ਗਿਆ ਸੀ ਮੈਨੂੰ ਗੱਲ ਕਰਨ ਲਈ ਕਿ ਪੰਜਾਬੀ ਕੁੜੀ ਮਾਰ ਕਿਉਂ ਨੇ, ਦੋਗਲੇ ਕਿਉਂ ਨੇ, ਬੇਸ਼ਰਮ ਕਿਉਂ ਨੇ, ਕਿ ਇਹ ਮੰਦਰਾਂ ਗੁਰਦੁਆਰਿਆਂ ਵਿੱਚ ਮਾਂ ਦੇ ਨਾਂ ਦੇ ਜੈ ਦੇ ਨਾਅਰੇ ਲਾਉਂਦੇ ਨੇ ਅਤੇ ਅਸਲੀਅਤ ਵਿੱਚ ਕਿੰਨੇ ਬੇਗੈਰਤ ਨੇ, ਕਿ ਇਹਨਾਂ ਵਿੱਚੋਂ 41% ਪਿਓ ਭਰਾ ਜੋ ਸਕੇ ਨੇ ਆਪਣੀਆਂ ਹੀ ਧੀਆਂ ਨੂੰ ਚੱਬ ਰਹੇ ਨੇ, ਨਾਬਾਲਗ ਧੀਆਂ ਨੂੰ, ਜਿਨ੍ਹਾਂ 'ਚ 5 ਵਰ੍ਹਿਆਂ ਦੀ ਬਾਲੜੀ ਆਪਣੇ ਪਿਓ ਦੇ ਹੱਥੋਂ ਬਲਾਤਕਾਰ ਹੁੰਦੀ ਹੈ ਅਤੇ ਫਿਰ ਵੱਡੀ ਹੋਣ ਤੱਕ ਵੀ ਆਪਣੇ ਪਿਓ ਦੇ ਬੱਚੇ ਜੰਮ ਜਾਂਦੀ ਹੈ। ਇਹ ਬੇਗੈਰਤ ਨੇ, ਕਿਉਂ ਨੇ? ਅਤੇ ਪਤਾ ਜੇ ਇੰਨੀ ਲਾਹਨਤ ਅਜੇ ਥੋੜ੍ਹੀ ਨਹੀਂ ਸੀ। ਇੱਕ ਮੁਸਲਮਾਨ ਵੀਰ ਉੱਠ ਕੇ ਮੇਰੇ ਕੋਲ ਆਇਆ, ਮੈਂ ਡਾਇਸ 'ਤੇ ਅਜੇ ਬੋਲਣਾ ਸੀ। ਪਤਾ ਜੇ ਉਸਨੇ ਮੈਨੂੰ ਸਵਾਲ ਕੀ ਕੀਤਾ? ਤੇਰੀ ਕੌਮ ਵਿੱਚ ਇੱਕ ਵੀ ਅਣਖ ਵਾਲਾ ਨਹੀਂ ਰਿਹਾ। ਗੁੱਸਾ ਲੱਗਦਾ ਜੇ ਨਾ ਸੁਣ ਕੇ, ਮੈਨੂੰ ਵੀ ਲੱਗਿਆ ਸੀ। ਪਰ ਜਿਹੜੀ ਗੱਲ ਉਸਨੇ ਕਹੀ, ਯਕੀਨਨ ਮੈਨੂੰ ਲੱਗਿਆ ਸਾਡੀ ਅਣਖ ਮਰ ਗਈ। ਉਸ ਕਿਹਾ ਕਿ ਜਦੋਂ 84 ਦੇ ਵਿੱਚ ਬਲਾਤਕਾਰ ਹੋਏ ਸਨ, ਅੱਤ ਦਾ ਜ਼ੁਲਮ ਹੋਇਆ ਸੀ, ਟਾਇਰ ਪਾ ਪਾ ਕੇ ਸਾੜੇ ਗਏ ਸਨ, ਰੋਡਾਂ ਵੀ ਵੱਜੀਆਂ, ਸਭ ਕੁਝ ਹੋਇਆ, ਤੁਹਾਡੀ ਕੌਮ ਸੌਂ ਕਿਉਂ ਗਈ ਸੀ? ਇਸ ਗੱਲ ਦਾ ਮੈਨੂੰ ਗੱਲ ਉਦੋਂ ਸਮਝ ਨਹੀਂ ਆਈ, ਸੌਣ ਦਾ ਕੀ ਮਤਲਬ ਹੈ। ਕਹਿਣ ਲੱਗਾ ਸਾਡੇ ਕੋਲ ਇੱਥੇ ਖਬਰ ਪਹੁੰਚੀ, ਕਿਉਂਕਿ ਅਸੀਂ ਗਏ ਸਾਂ ਟੀਮ ਬਣਾ ਕੇ ਉਸ ਥਾਂ ਦਿੱਲੀ ਦੇ ਵਿੱਚ, ਜਿੱਥੇ ਅਸੀਂ 13 ਅਜਿਹੀਆਂ ਔਰਤਾਂ ਨੂੰ ਮਿਲੇ। ਪਰ ਉਹ 13 ਔਰਤਾਂ ਉਹ ਸੀ ਜਿਨ੍ਹਾਂ ਨੇ ਸਮੂਹਕ ਬਲਾਤਕਾਰ ਦਾ ਉਹਨਾਂ ਦਾ ਹੋਇਆ ਅਤੇ ਅੱਜ ਉਹਨਾਂ ਹੀ ਘਰਾਂ ਵਿੱਚ ਕੰਮ ਕਰ ਰਹੀਆਂ ਨੇ, ਕਿਉਂਕਿ ਉਹਨਾਂ ਦੇ ਪਤੀ ਵੀ ਸਾੜੇ ਗਏ, ਪਿਓ ਵੀ ਸਾੜੇ ਗਏ, ਪੁੱਤਰ ਵੀ ਸਾੜੇ ਗਏ ਅਤੇ ਇੱਕ ਵੀ ਤੁਹਾਡੀ ਕੌਮ ਦਾ ਉਹਦਾ ਹੱਥ ਫੜਨ ਨਹੀਂ ਆਇਆ। ਉਹ 13 ਔਰਤਾਂ ਉਹਨਾਂ ਹੀ ਘਰਾਂ ਵਿੱਚ ਝਾੜੂ ਪੋਚੇ ਲਾ ਰਹੀਆਂ ਨੇ ਜਿਨ੍ਹਾਂ ਨੇ ਉਹਨਾਂ ਦਾ ਬਲਾਤਕਾਰ ਕੀਤਾ ਅਤੇ ਦਿਨ ਰਾਤ ਲਾਹਨਤਾਂ ਸੁਣਦੀਆਂ ਨੇ। ਇਸ ਕੌਮ ਵਾਲੀਆਂ ਦਾ ਹਸ਼ਰ ਇਹ ਹੋਣਾ ਚਾਹੀਦਾ, ਤੇਰੀ ਕੌਮ ਦੀ ਅਣਖ ਮਰ ਗਈ ਹੈ। ਸੱਚ ਜਾਣਿਓ, 2 ਸਾਲ ਉਸ ਦਿਨ ਤੋਂ ਬਾਅਦ ਮੈਂ ਦਿੱਲੀ ਗੇੜੇ ਕੱਢੇ ਸੀ ਕਿ ਜੇ ਮੇਰੀ ਕੌਮ ਦਾ ਕੋਈ ਵੀਰ ਨਹੀਂ ਖੜਾ ਹੁੰਦਾ, ਮੈਂ ਜ਼ਰੂਰ ਉਹਨਾਂ ਔਰਤਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਅਫਸੋਸ ਇੱਕ ਵੀ ਔਰਤ ਉਹ ਮਿਲੀ ਨਹੀਂ। ਮੈਨੂੰ ਇਹ ਵੀ ਨਹੀਂ ਪਤਾ ਉਹ ਜਿਉਂਦੀਆਂ ਨੇ ਜਾਂ ਮਰ ਗਈਆਂ ਨੇ, ਕਿੱਥੇ ਨੇ। ਪਰ ਅਸੀਂ ਬੇਗੈਰਤਾਂ, ਇਹ ਉਹਨੇ ਕਿਹਾ ਅਤੇ ਮੈਨੂੰ ਸਿਰ ਮੱਥੇ ਇਹ ਲੈਣੀ ਪਈ ਗੱਲ ਕਿ ਸਾਡੀ ਅਣਖ ਸੱਚਮੁੱਚ ਖਤਮ ਹੋ ਗਈ ਹੈ। ਕਿਉਂ ਆਖਰ ਅਸੀਂ ਆਪਣੀਆਂ ਹੀ ਧੀਆਂ ਭੈਣਾਂ ਨੂੰ ਸਾਂਭਣ ਯੋਗ ਵੀ ਨਹੀਂ ਰਹੇ? ਕਿੱਥੇ ਸਾਡੀ ਸੋਚ ਖਤਮ ਹੋ ਗਈ ਹੈ? ਸਿਰਫ ਆਪਣੇ ਤੱਕ ਸਾਡਾ ਨਾਮ ਲੇਵਾ। ਖਿਆਲ ਕਰਿਓ, ਕਦੇ ਜਿਹਨੂੰ ਨਾਮ ਲੇਵੇ ਦੀ ਲੋੜ ਹੈ ਨਾ, ਧੀ ਨਹੀਂ ਜੰਮਣੀ ਪੁੱਤਰ ਜੰਮਣਾ। ਕਦੇ ਜਾਇਓ ਰੋਪੜ ਦੇ ਨੇੜੇ ਸੰਘੋਲ ਦੇ ਵਿੱਚ, ਵੇਖਿਓ 5 ਸੱਭਿਅਤਾਵਾਂ, ਇੱਕ ਨਹੀਂ 2 ਨਹੀਂ 5 ਸੱਭਿਅਤਾਵਾਂ ਵਸਦੇ ਸ਼ਹਿਰ, ਅਮੀਰ ਸਿਰੇ ਤੋਂ, ਜਿਨ੍ਹਾਂ ਦੇ ਸੋਨੇ ਅੱਜ ਵੀ ਹੀਰੇ ਜਵਾਹਰਾਤ ਸਭ ਪਏ ਨੇ ਉੱਥੇ ਮਿਊਜ਼ੀਅਮ ਦੇ ਵਿੱਚ, ਪਰ ਇੱਕ ਵੀ ਜਿਹੜਾ ਬਚਿਆ ਨਹੀਂ। ਕੋਈ ਨਾਮ ਲੇਵਾ ਨਹੀਂ
कोई अजिहा उस थां दा किस्सा भी नहीं जिहड़ा कोई याद करन वाला या मूँहों मूँह अगांह तोरन वाला भी होए। पर जिथे भी किते जाओगे ना, दुनिया के किसी हिस्से विच, विश्व जंगां विच जो मोरी दिसदे ने, जिन्हां ने छातियां ते वार खाधे सी, वो दिसदे ने 6 फुटे लम्मे, सिर्फ उही गभरू जिहड़े गुरु साहिब ने सजाए सन। वो सिंह सजाए सन, वो शेर सजाए सन। ये सिरलथ कौम दूजियां लई जान वारन वाली सिखाई सी, ते साडी कौम 13 औरतां नहीं सांभ सकी। असीं इन्ने डर गए कि जदों कोई आवाज़ भी कढ़दा सी 84 दी, ते संग नप जांदे सन कि जे आवाज़ भी कढ़ दित्ती कि साडे नाल दे कोई साड़े या मारे गए, तां फिर किते असीं ना अंदर ताड़ दित्ते जाइए। असीं उस खणों भी डर गए। पर फिर भी शुक्र है, एक बब्बर शेरनी उदों भी जिंदा सी। एक अज वंगार पाउण आई हाँ कि जे साडी कौम दियां शेरनियां जागदियां ने, तां जागो वीरो जागो, तुहाडे विचले शेर भी जागने चाहिए। जायो कदे यूपी दे विच, लखीमपुर ज़िले दे विच, नाम लियो एक गुरदीप कौर, तुहाडे अगे उंगल रखणगे मूँह ते, गुरदीप कौर नहीं, बब्बर शेरनी गुरदीप कौर कहो। उत्थे सिंह नहीं वसदे। जेड़े भी जिने ने सिर्फ नाम लिया तुसी जाके लखीमपुर विच गुरदीप कौर, कोई भी एक जना उस पिंड का नहीं जिहड़ा तुहानूं कहण देगा बगैर अगर अगे ये शब्द लाया बब्बर शेरनी। आखिर कीता की सी? समा उही 84 दा सी। 250 बंदे केनिया ते रॉडां लैके पहुँचे सन। ख़त्म कर देण लई उस बीबी दा पति फौज विच सी, एक 12 वरियां दी धी सी सिर्फ नाल, ते ओ केनिया रॉडां ये सारे लैके जो पहुँचे सन ताड़वी, सिर्फ ये कहण लई इनू फूक देंगे, इहदी पत्त लावांगे। उहदे कोल भी उही रस्ता हो सकदा सी जो 47 विच असी कीता सी कि हर प्यो ने कह दिता खूहां 'च छाल मार लो, जहर पी लो, या आप ही उन्होंने वढ़ दिता सी। एक भी बेगैरत इहो जिहा नहीं सी, तलवार फड़ाई हुंदी 4 नूं वढ़ के जा तां इतिहास कुछ वख होना सी। पर वो बब्बर शेरनी गुरदीप कौर इकल्ली हुंदियां होया भी इकल्ली नहीं सी। उन्होंने पता सी ना दे पिछे कौर लग जाण नाल तब्दीली की आउंदी जे। उस तब्दीली सदका उन्हें दुनाली अपने पति दी चुकी। कुड़ी 12 वरियां दी नूं फड़ाई तलवार ते निकलियां सन। गज के एक जयकारा बुलाया सी कि आओ एक एक नूं वढ़ के ना इत्थों भेजिया तां फिर वेखियो। एक दी भी जुर्रत नहीं सी। उहदे जयकारे दे अगे खड़ा हो जांदा 250 दी ताड़वियां दी फौज उसने दुनाली चला के भजा दिती सी। उस इकल्ली औरत ने सारा लुटिया माल जो उन्होंने फड़िया सी पूरे मुहल्ले दा वापस भी कराया, ते उस तो बाद भी पूरी शानो शौकत नाल उत्थे रही। एक भी पिंड दा अजिहा बंदा नहीं सी जिहड़ा सिर नीवा करके उहदे अग्गों ना लंघदा। ते जदों भी किसी ने उस तो इंटरव्यू लई पुछया तेरे विच इन्ना दम किवें आया, पता जे इक्को ही जवाब सी, मेरे नां दे अगे लग्या कौर नहीं दिसदा, मैं शेरनी हुन्नी आ, ते शेरनी अजिहे गिद्धड़ां दे कोल सिर नीवा नहीं करया करदी। असीं क्यों मर गए हैं? क्यों साडी अणख खत्म हो गई है? क्यों साडे घरां दे अंदर अज बाल हनेरियां तो डरदे ने? किन्ने ने जिहड़े कह सकदे ने आओ असी भी तत्तियां तवियां ते बह के कदे तक कहिए तेरा कीता मिठा लगदा है। क्यों दुहत्थड़ मार के असी रोने आ? साडे घरां विच मौत हो गई है। साडे सामने कोई अंदाज़ा है किन्ने इस वेले शहादतां गिणियां ही नहीं जा सकदियां। उन्हां दियां मावां दुहत्थड़ नहीं सी मारदियां, खड़ियां हुंदियां सी। शुक्र है कि साडा एक तक घट्टो घट साडे गुरु दे नाल मिलिया, वापस गुरु दे कोल गया, ते असी भी तैयार हाँ। हाल ये सी कि 300 औरतां जड़ियां उदों मुगलों के थां ते उत्थे कैद होईयां सी जेल विच, एक भी औरत थिड़क जांदी ना तां चेते रखियो तुसी अज बैठे नहीं सी होना। इत्थे मुगलों का हरम होना सी, इस्लाम होना सी, तुसी नहीं सी होना। वो 300 औरतां नूं रिणी जे साडी कौम, जिन्हां चों एक भी बीबी थिड़की नहीं, ते हर एक ने इहो कहा एक नहीं 10 भी बाल हुंदे इंज ही नेज़ियां ते फुंड दिते जांदे, फिर भी शुकराना करदे जांदे कि गुरु दे उत्तों वारे गए ने। क्यों असी क्यों आखिर उस राह तो परां होए हैं? एक जांदे होए वंगार दे के जाना चाहुंदी हां
ਸ਼ਾਇਦ ਕਿਸੇ ਇੱਕ ਦਾ ਹਿਰਦਾ ਵਲੂੰਦਰਿਆ ਜਾਵੇ, ਕਿਉਂਕਿ ਇਹ ਸ਼ਬਦ ਜੋ ਬਾਗੀ ਨੇ, ਮੈਂ ਸਿਰਫ ਬਾਗੀ ਸ਼ਬਦ ਕਹਿਣ ਆਈ ਸਾਂ। ਸ਼ਾਇਦ ਕਿਸੇ ਦੇ ਦਿਲ ਵਿੱਚ ਸੱਟ ਵੱਜੀ ਹੋਵੇ। ਮੈਂ ਮਾਰਨ ਹੀ ਸੱਟ ਆਈ ਸੀ ਕਿ ਘੱਟੋ ਘੱਟ ਜਾਗ ਜਾਈਏ, ਇਹ ਕੁੰਭ ਕਰਨੀ ਨੀਂਦ ਵਿੱਚੋਂ ਉੱਠੀਏ। ਬਸ ਕਰੀਏ ਅਸੀਂ ਗੋਡੇ ਟੇਕ ਕੇ ਹੁਕਮਰਾਨਾਂ ਕੋਲੋਂ ਕੁਝ ਮੰਗਣ ਲਈ। ਕਿਉਂ ਸਾਡੀਆਂ ਧੀਆਂ ਦੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਜਾਂਦੀਆਂ ਨੇ? ਕਿਉਂ ਉਹਨਾਂ ਦੇ ਠੁੱਡੇ ਵੱਜਦੇ ਨੇ ਢਿੱਡਾਂ ਦੇ ਵਿੱਚ? ਕਿਉਂ ਆਖਰ ਕਿਉਂ ਅਸੀਂ ਉਹਨਾਂ ਦੇ ਅੱਗੇ ਗੋਡੇ ਟੇਕ ਰਹੇ ਹਾਂ? ਉੱਠੀਏ ਕਦੇ ਤਾਂ ਕਹੀਏ ਸਾਡੇ ਹੱਕ ਨੇ, ਅਸੀਂ ਲੈਣਾ। ਕਦੇ ਤਾਂ ਖੜੇ ਹੋਈਏ ਕਿ ਸਾਨੂੰ ਮੁਫਤ ਬਿਜਲੀ ਪਾਣੀ ਨਹੀਂ ਚਾਹੀਦਾ, ਸਾਨੂੰ ਦਿਓ ਜੋ ਅਸਲ ਚੀਜ਼ ਚਾਹੀਦੀ ਹੈ। ਸਰਕਾਰਾਂ ਨੇ ਕਰਨਾ ਹੁੰਦਾ ਮੁਫਤ ਵਿੱਦਿਆ ਦਿਓ, ਹੱਕਾਂ ਬਾਰੇ ਜਾਣੀਏ, ਮੁਫਤ ਸਾਡਾ ਇਲਾਜ ਕਰੋ ਜੋ ਦੁਨੀਆ ਭਰ ਵਿੱਚ ਮੁਫਤ ਹੋ ਰਿਹਾ ਜੇ। ਮੁਫਤ ਬਿਜਲੀ ਪਾਣੀ ਦੇ ਚੱਕਰ ਵਿੱਚ 20 ਗੁਣਾ ਵੱਧ ਜੋ ਅਸੀਂ ਟੈਕਸਾਂ ਰਾਹੀਂ ਵਸੂਲ ਉਹ ਕਰ ਲੈਂਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ। ਕੌਣ ਆਏਗਾ ਜਗਾਉਣ ਲਈ? ਕਦੇ ਤਾਂ ਆਪ ਜਾਗੀਏ ਕਿ ਇਹ ਗਲਤ ਹੋ ਰਿਹਾ ਜੇ। ਕਿਉਂ ਕਰੋੜਾਂ ਸਿਰਫ ਉਹਨਾਂ ਹੀ ਹੁਕਮਰਾਨਾਂ ਨੂੰ ਬਚਾਉਣ ਲਈ ਖਰਚਿਆ ਜਾ ਰਿਹਾ ਹੈ ਜਿਹੜਾ ਵੋਟਾਂ ਵੇਲੇ ਤੁਹਾਡੇ ਹੀ ਅੱਗੇ ਗੋਡੇ ਟੇਕਦੇ ਆਉਂਦੇ ਨੇ? ਕਦੇ ਤਾਂ ਸਮਝੀਏ ਕਿੱਥੇ ਸਾਨੂੰ ਲੁੱਟਿਆ ਜਾ ਰਿਹਾ ਹੈ, ਕਦੇ ਤਾਂ ਉੱਠੀਏ। ਪਰ ਮੈਂ ਆਖਰ ਤੁਹਾਡੇ ਵਿੱਚ ਹੀ ਕਿਉਂ ਗੱਲ ਕਰਨ ਆਈ ਸਾਂ? ਚਮਕੌਰ ਦੀ ਗੜੀ ਦੇ ਵਿੱਚ ਕੌਣ ਸਨ ਜੋ ਸਾਥ ਦੇਣ ਆਏ ਸਨ? ਕੁਝ ਖੇਤਾਂ ਦੇ ਪੁੱਤ ਹੀ ਤੁਰੇ ਸਨ। ਕ੍ਰਾਂਤੀ ਲਿਆਉਣ ਲਈ ਰੱਜੇ ਪੁੱਜੇ ਲੋਕ ਕਦੇ ਵੀ ਨਹੀਂ ਸਹੀ ਹੁੰਦੇ। ਦੁਨੀਆ ਦੇ ਇਤਿਹਾਸ ਵਿੱਚ ਵੇਖ ਲਓ, ਕਦੇ ਰੱਜੇ ਪੁੱਜਿਆਂ ਨੇ ਕ੍ਰਾਂਤੀ ਨਹੀਂ ਲਿਆਈ। ਭੁੱਖੇ ਢਿੱਡ ਕ੍ਰਾਂਤੀ ਲਿਆਉਂਦੇ ਸੀ। ਇਸੇ ਲਈ ਮਜਬੂਰ ਕਰ ਦਿੱਤਾ ਗਿਆ, ਭੁੱਖੇ ਢਿੱਡ ਫਾਂਸੀਆਂ ਲੈ ਜਾਣ, ਕਿਤੇ ਕ੍ਰਾਂਤੀ ਨਾ ਆ ਜਾਵੇ, ਪੰਜਾਬੀ ਜਾਗ ਨਾ ਜਾਣ। ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਤਾਂ ਪੰਜਾਬ ਤਬਦੀਲ ਹੋ ਜਾਣਾ ਜੇ। ਇਸੇ ਲਈ ਇਹ ਵੰਗਾਰ ਲਈ ਮੈਂ ਤੁਹਾਡੇ ਤਾਈਂ ਪਹੁੰਚੀ ਹਾਂ। ਤਾਜਾਂ ਨੂੰ ਹੱਥ ਪਾਉਣ ਦਾ ਮੈਂ ਸਮਾਂ ਸਿਰਫ 2 ਮਿੰਟ ਲੈਣਾ ਜੇ, ਪਰ ਹਰ ਸ਼ਬਦ ਜੋ ਮੈਂ ਬੋਲਣਾ ਚਾਹੁੰਦੀ ਹਾਂ ਇੱਕ ਤੀਰ ਵਾਂਗ ਵੱਜੇ। ਸ਼ਾਇਦ ਉਹਨਾਂ ਸਮਿਆਂ ਨੂੰ ਯਾਦ ਕਰਕੇ ਦੁਬਾਰਾ ਖੜੇ ਹੋ ਸਕੀਏ, ਆਪਣੇ ਹੱਕਾਂ ਲਈ ਖੜੇ ਹੋ ਕੇ ਬੁਲੰਦ ਆਵਾਜ਼ ਕੱਢ ਸਕੀਏ। ਤਾਜਾਂ ਨੂੰ ਹੱਥ ਪਾਉਣ ਦਾ ਚੱਲਿਆ ਜਦ ਵੀ ਦੌਰ, ਤਾਜਾਂ ਨੂੰ ਹੱਥ ਪਾਉਣ ਦਾ ਚੱਲਿਆ ਜਦ ਵੀ ਦੌਰ। ਮੈਂ ਧਰਤੀ ਚਮਕੌਰ ਦੀ ਉਹਦੇ ਚੋਂ ਸਿਰ ਮੋਰ। ਰੁਕ ਰੁਕ ਕਣੀਆਂ ਪੈਂਦੀਆਂ ਝੱਖੜ ਦਾ ਸੀ ਸਾਥ, ਠੰਡ ਹੱਡਾਂ ਨੂੰ ਚੀਰਦੀ ਤੇ ਕਾਲੀ ਬੋਲੀ ਰਾਤ। 40 ਬਾਗੀ ਸੂਰਮੇ ਜਦ ਪਹੁੰਚੇ ਮੇਰੇ ਕੋਲ, ਰੋਮ ਰੋਮ ਨਸ਼ਿਆ ਗਿਆ ਸੁਣ ਨਾਨਕ ਬਾਣੀ ਬੋਲ। ਉਹ ਸਰੂਆਂ ਵਰਗੇ ਗੱਭਰੂ, ਉਹ ਸਰੂਆਂ ਵਰਗੇ ਗੱਭਰੂ ਆ ਪਹੁੰਚੇ ਬਣ ਕੇ ਪੂਰ, ਲੱਖ ਔਕੜਾਂ ਚੱਲ ਕੇ ਵੀ ਚਿਹਰੇ ਨੂਰੋ ਨੂਰ। ਕਲਗੀਧਰ ਪਾਤਸ਼ਾਹ ਮੇਰਾ ਅਣਖਾਂ ਦਾ ਸਰਦਾਰ, ਤਦ ਆਖਣ ਲੱਗਾ ਆਪਣੇ ਉਹ ਸਿੰਘਾਂ ਨੂੰ ਲਲਕਾਰ। ਜੋ ਲਲਕਾਰ ਉਹਨਾਂ ਸਮਿਆਂ ਵਿੱਚ ਉਹਨਾਂ ਪਾਈ ਸੀ, ਉਹੀ ਲਲਕਾਰ ਦੁਹਰਾਉਣ ਆਈ ਹਾਂ। ਆਓ ਜਾਗੀਏ, ਉੱਠੀਏ, ਅਸੀਂ ਸੱਚਮੁੱਚ ਅਜੀਤ ਤੇ ਜੁਝਾਰ ਬਣ ਸਕੀਏ। ਕਲਗੀਧਰ ਪਾਤਸ਼ਾਹ ਮੇਰਾ ਅਣਖਾਂ ਦਾ ਸਰਦਾਰ, ਤਦ ਆਖਣ ਲੱਗਾ ਆਪਣੇ ਉਹ ਸਿੰਘਾਂ ਨੂੰ ਲਲਕਾਰ। ਮੇਰੇ ਸ਼ੇਰ ਬਹਾਦਰ ਸੂਰਮਿਓ, ਮੇਰੇ ਸ਼ੇਰ ਬਹਾਦਰ ਸੂਰਮਿਓ, ਮੈਂ ਪਰਖਣਾ ਅੱਜ ਫੌਲਾਦ, ਦਿਨ ਅਨੰਦਪੁਰ ਦੇ ਰੰਗਲੇ ਹੁਣ ਆਉਣੇ ਤੁਹਾਨੂੰ ਯਾਦ। ਕੱਚੀ ਗੜੀ ਚਮਕੌਰ ਦੀ ਅੱਜ ਸਾਡੀ ਨਿਰਣਾਕਾਰ, ਕੱਚੀ ਗੜੀ ਚਮਕੌਰ ਦੀ ਅੱਜ ਸਾਡੀ ਨਿਰਣਾਕਾਰ। ਮੈਂ ਅੰਮ੍ਰਿਤ ਦੀ ਵੇਖਣੀ ਵਿੱਚ ਰਗਾਂ ਦੇ ਚਲਦੀ ਧਾਰ। ਇੱਕ ਪਾਸੇ ਸ਼ਾਹੀ ਕਾਫਲੇ ਜੋ ਹੰਡੇ ਰੰਗਲੀ ਰੁੱਤ, ਤੇ ਦੂਜੇ ਵਾਰਸ ਕਿਰਤ ਦੇ ਜੋ ਮਾਂ ਮਿੱਟੀ ਦੇ ਪੁੱਤ। ਟਿੱਡੀ ਦਲ ਵੀ ਪਹੁੰਚਿਆ, ਟਿੱਡੀ ਦਲ ਵੀ ਪਹੁੰਚਿਆ ਤੇ ਲਿਆ ਗੜੀ ਨੂੰ ਘੇਰ। ਸੰਤ ਸਿਪਾਹੀ ਖਾਲਸੇ ਫਿਰ ਗਰਜੇ ਬੱਬਰ ਸ਼ੇਰ। ਚੜ ਗਿਆ ਚਾ ਸ਼ਹੀਦੀਆਂ ਆ ਪਹੁੰਚੇ ਵਿੱਚ ਮੈਦਾਨ, ਫੜਨ ਆਏ ਗੋਬਿੰਦ ਨੂੰ ਸਭ ਪਹੁੰਚ ਰਹੇ ਸ਼ਮਸ਼ਾਨ। ਜਿੱਦਾਂ ਬਿਜਲੀ ਕੜਕਦੀ ਫਿਰ ਸਿੰਘਾਂ ਵਾਹੀ ਤੇਗ, ਵੈਰੀ ਚੱਲ ਨਾ ਸਕਿਆ ਉਹ ਸੂਰਮਿਆਂ ਦਾ ਤੇਗ। ਉਹ ਵਾਲੀ ਦੋ ਜਹਾਨ ਦਾ ਖਿੱਚ ਖਿੱਚ ਕੇ ਛੱਡੇ ਤੀਰ, ਉਹ ਵਾਲੀ ਦੋ ਜਹਾਨ ਦਾ ਖਿੱਚ ਖਿੱਚ ਕੇ ਛੱਡੇ ਤੀਰ। ਫਿਰ ਅਚਾਨਕ ਸੂਤ ਲਈ ਅਜੀਤ ਸਿੰਘ ਸ਼ਮਸ਼ੀਰ।
फिर अचानक सूत लई अजीत सिंह शमशीर, दे के थापी पातशाह ने कलिया हीरा पुत, आख्या तू भी मान लै जो चढ़ी शहीदी रुत। है ना कमाल। ते असी पुत नूं भेजण लग्गियां 100 अरदासां उसे गुरु कोल करदे हां, तेरे कोल ना जावे सुरੱਖਿਅਤ वापस आवे, मूँह मोड़ सकते हाँ। ते आखिर उस शहीदी रुत नूं माणन लई किस ने भेजिया सी ते क्यों भेजिया सी। सच जाणिओ एक डॉक्टर हुंदे होयां दसदी हां, पूरे इतिहास विच अज तक इक्को मिसाल है जिथे मुछ फुट गभरू ने 131 वार खाधे होण ते फिर भी खड़ा लड़ रहा होवे। 131 वारां बार डिग्गिया सी, वो भी अद्धे बंदियां नूं वढ के मुगलों नूं। इन्नी इस वेले तक अज तक मैडिकल साइंस विच किते भी ये जिक्र नहीं कोई इन्ने फट खा के, इन्ने तीर खा के, इन्नियां किरपाना खा के, किसे नेज़े खा के कोई जिंदा रह गया होए, कोई नहीं रहिंदा। किस तरीके दा थापड़ा जरा दूजे पासे भी वेख्यो, उस प्यो दा जिगरा जिन्हें 131 वार अपना मुछ फुट गभरू बाल विन्नदा वेख्या सी ते फिर भी दूजा तोड़ दिता सी। दे के थापी पातशाह ने कलिया हीरा पुत, आख्या तू भी मान लै जो चढ़ी शहीदी रुत। उस अपनी तेग दी तार नाल लखां दिते तोल, बन शहीदी गानड़ा फिर पहुंचया दादे कोल। देख वीर नूं तुर पिया जंग दे वल जुझार, आख्या पिता जी मैनू भी दिओ पंथ तो वार। आप सजाए पिता ने हत्थीं तीर कमान, वैरी हो गए दंग देख जोधा नन्ही जान। पाजड़ पै गई फौज नूं ऐसी मारी मार, अंत नूं लाड़ी मौत ने वरिया सिंह जुझार। बाजां वाले देख के न गिल्ली कीती अख, बाजां वाले वेख के न गिल्ली कीती अख। पंथ खालसा आख्या नहीं पुत्तां तो वख। उसे पंथ खालसा दी अज दुहाई तुहाडे अगे पा रही हाँ। उस अजीत ते जुझार दे राही जो साडे वल वेखना चाहुंदे ने, वो इस हाल तक असी ना पहुँचाइए। जागिए, अपने आप नूं सही करिए। क्यों आखिर क्यों असी वो सारा कुछ जाणदियां बुझदियां उस तो परां क्यों पासा वट रहे हैं। बाजां वाले वेख के ना गिल्ली कीती अख, पंथ खालसा आख्या नहीं पुत्तां तो वख। हिंद दा बागी चलिया, हिंद दा बागी चलिया, अज गड़ी चो ताड़ी मार। दिल्लीए तेरे तख्त नूं मैं चलिया हाँ वंगार। लोकां दे हक दबने ने तू जिन्नी भी देर, लोक युद्ध दे आशकां ने लैना तैनू घेर। तेरे तवियां आरे हार गए, गए चौंक चांदनी हार। नहीं पंथ खालसा हारना रहू सदा तैनू ललकार। पैरी पा दई बेड़ियां या जेली देवी चौक, पर खेतां दे मेरे पुत तुरनगे तू नहीं हो सकना रोक। इहो वंगार है तुहानू उस सच्चे पिता दी, दशमेश पिता दी। उन्हों इहो उम्मीद सी, यही उस दी वंगार सी। मेरे खेतां दे पुत जरूर जागणगे, ये खुदकुशियां नहीं करनगे, खड़े होणगे अपने हक्कां लई, खड़े होणगे अपणियां धीआं लई, खड़े होणगे अपने पुत्रां लई ते लड़नगे जंगां अजिहियां जिथे छाती ते वार खाणगे। पर धू के ला देणगे जेड़े इस धरती ते कोई नशे दी इस थां ते कोई गल भी करदा होएगा उसदा नेस्ता नबूत कर देणगे। इस धरती ते उहनूं टिकन नहीं देणगे, ना कि असी गोडे टेक के उन्हां कोलों चीज़ां मंगांगे। इस हाल तक नहीं सी सानू भेजिया। मैं इन्ने ते अलविदा लेना चाहुंदी हाँ। वेखदे हाँ इस धरती ते कोई एक भी है जिहदी अणख जागी होवे तां जयकारा इस तरह गज्जिओ जिवें गुरु ने कहा सी कि मेरे खेतां दे पुत तुरनगे जरूर सही राह दे विच। जयकारा सिर्फ ताई गज्जिओ क्योंकि गुरु की हजूरी विच जयकारा बुलाउण दा मतलब हुंदा जे असी सौं खाधी जे कि गुरु साहिब असी अज तो जागे हाँ। ना असी हवा पलीत करनी है, ना धरती पलीत करनी है, ना ये धरती बंजर बनाउणी है क्योंकि इस धरती ते शहादतां सी ते असी उस अजीत ते जुझार दी ते निक्के निक्के बालां दी
ਉਹ ਕੰਧ ਜੋ ਚਿਣੀ ਗਈ ਸੀ ਉਹਦੀ ਅਸੀਂ ਯਾਦਗਾਰ ਉਸੇ ਤਰ੍ਹਾਂ ਸਲਾਮਤ ਰੱਖਣੀ ਹੈ ਅਤੇ ਪੁਸ਼ਤ ਦਰ ਪੁਸ਼ਤ ਹਰ ਇੱਕ ਨੂੰ ਲੈ ਕੇ ਉੱਥੇ ਹੀ ਜਾਣਾ ਜੇ। ਮਾਰੋ ਕੰਧਾਂ ਵਿੱਚ ਉੱਥੇ ਸਿਰ ਅਤੇ ਰੋਵੋ, ਉਹ ਸਾਡੇ ਲਈ ਜਾਨ ਵਾਰੇ ਸਨ। ਉਸ 6 ਵਰਿਆਂ ਦੇ ਬਾਲ ਨੂੰ ਯਾਦ ਕਰਦਿਆਂ ਕਦੇ ਤਾਂ ਇੱਕ ਜੈਕਾਰਾ ਗੱਜ ਕੇ ਸ਼ੇਰਾਂ ਵਾਂਗ ਬੁਲਾ ਕੇ ਵਿਖਾਓ। ਕੋਈ ਮਾਂ ਗੁਜਰੀ ਦੀਆਂ ਸ਼ੇਰਨੀਆਂ ਜ਼ਰਾ ਗੱਜੋ ਜੈਕਾਰਾ, ਦੇਖੀਏ ਦਮ ਹੈ ਭੱਕੂ ਮਾਜਰਾ ਦੇ ਕਿਸੇ ਇਸ ਥਾਂ ਦੇ ਨੌਜਵਾਨ ਪੁੱਤਰ ਜਾਂ ਧੀ ਵਿੱਚ। ਇਹ ਜੈਕਾਰਾ ਜਾਗਣ ਦਾ ਜੇ। ਇੱਕ ਵੀ ਸ਼ੇਰ ਦਹਾੜੇ ਨਾ ਤਾਂ ਜੰਗਲ ਵਿੱਚ ਗੂੰਜ ਪੂਰੀ ਸੁਣਦੀ ਜੇ। ਸੱਚ ਜਾਣਿਓ ਇਸ ਪੰਡਾਲ ਤੋਂ ਬਾਹਰ ਵੀ ਆਵਾਜ਼ ਨਹੀਂ ਗਈ। ਜ਼ਰਾ ਸ਼ੇਰਾਂ ਵਾਂਗ ਆਪਣੇ ਪੁੱਤਰ ਨੂੰ ਸਮਝ ਕੇ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਉਸ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਆਵਾਜ਼ ਤਾਂ ਕੱਢ ਹੀ ਸਕਦੇ ਹਾਂ। ਜਿਉਂਦੇ ਹੋਣ ਦਾ ਸਬੂਤ ਦਿਓ। ਬੋਲੇ ਸੋ